ਜਸਬੀਰ ਭੁੱਲਰ ਦੀ ਪੁਸਤਕ ਕਾਗਜ਼ ਉੱਤੇ ਲਿਖੀ ਮੁਹੱਬਤ ਦਾ ਅਗਲਾ ਲੇਖ ਹੈ ਕੂੜ ਕੜਾਵਾਂ ਤੇ ਬੁਲਾਵਿਆਂ ਦਾ ਸਾਹਿਤ। ਪੁਰਾਣੇ ਸਮਿਆਂ 'ਚ ਵਿਆਹਾਂ, ਚੱਠਾਂ ਤੇ ਮਰਨਿਆਂ ਉੱਤੇ ਅੱਜ ਕੱਲ੍ਹ ਵਾਂਗ ਕਾਰਡ ਨਹੀਂ ਸਨ ਛਪਦੇ। ਸੱਦੇ ਜ਼ੁਬਾਨੀ ਤੇ ਸੁਨੇਹਿਆਂ ਰਾਹੀਂ ਭੇਜੇ ਜਾਂਦੇ ਸਨ। ਫਿਰ ਲੋਕੀ ਇਕੱਠਾਂ ਤੇ ਚੱਠਾਂ ਦੇ ਬੁਲਾਵਿਆਂ ਲਈ ਪੋਸਟ ਕਾਰਡ ਭੇਜਣ ਲੱਗ ਪਏ। ਅਨਪੜ੍ਹਤਾ ਕਾਰਨ ਬਹੁਤ ਸਾਰੇ ਲੋਕ ਪੋਸਟ ਕਾਰਡ ਪੜ੍ਹ ਨਹੀਂ ਸਨ ਸਕਦੇ। ਪ੍ਰਾਪਤਕਰਤਾ ਤੱਕ ਸੱਦੇ ਦੇ ਭਾਵ ਪੁੱਜਦੇ ਕਰਨ ਲਈ ਕੁਝ ਤਰੀਕੇ ਵੀ ਵਰਤੇ ਜਾਂਦੇ ਸਨ। ਮਸਲਨ ਸ਼ਗਨਾਂ ਤੇ ਚਾਵਾਂ ਦੇ ਅਵਸਰ ਉੱਤੇ ਭੇਜੇ ਸੱਦੇ ਦਾ ਸੁਖਾਵਾਂ ਤੇ ਖੁਸ਼ੀਆਂ ਭਰਿਆ ਭਾਵ ਉਜਾਗਰ ਕਰਨ ਲਈ ਕਾਰਡ ਉੱਤੇ ਕੇਸਰ, ਹਲਦੀ ਜਾਂ ਸੂਹੇ ਰੰਗ ਦਾ ਛਿੱਟਾ ਦੇ ਦਿੱਤਾ ਜਾਂਦਾ ਸੀ। ਕਾਰਡ ਪ੍ਰਾਪਤ ਕਰਨ ਵਾਲਾ ਜਾਣ ਜਾਂਦਾ ਸੀ ਕਿ ਕਾਰਡ ਖੁਸ਼ੀ ਦੀ ਖਬਰ ਲੈ ਕੇ ਆਇਆ ਸੀ। ਮਰਗ ਦੀ ਖਬਰ ਵਾਲੇ ਕਾਰਡ ਨੂੰ ਅੱਧ ਵਿੱਚੋਂ ਥੋੜ੍ਹਾ ਜਿਹਾ ਪਾੜ ਦਿੱਤਾ ਜਾਂਦਾ ਸੀ। ਪਾਟਾ ਹੋਇਆ ਕਾਰਡ ਪਹੁੰਚਣ ਉੱਤੇ ਘਰ 'ਚ ਸੱਥਰ ਵਿੱਚ ਜਾਂਦਾ ਸੀ। ਤੀਵੀਆਂ ਵੈਣ ਪਾਉਣ ਲੱਗ ਪੈਂਦੀਆਂ ਸਨ। ਆਂਢ ਗੁਆਂਢ ਵਾਲੇ ਵੀ ਮਾਤਮ ਲਈ ਪਹੁੰਚ ਜਾਂਦੇ ਸਨ। ਸੁੱਖ ਸਾਂਦ ਦੀ ਖਬਰ ਵਾਲਾ ਕਾਰਡ ਜੇ ਕਿਸੇ ਅਣਗਹਿਲੀ ਨਾਲ ਰਾਹ 'ਚ ਪਾਟ ਜਾਏ ਤਾਂ ਸਥਿਤੀ ਹਾਸੋਹੀਣੀ ਹੋ ਜਾਂਦੀ ਸੀ। ਜਦੋਂ ਕੋਈ ਪੜ੍ਹਿਆ ਲਿਖਿਆ ਕਾਰਡ ਪੜ੍ਹ ਕੇ ਅਸਲੀ ਤੱਥ ਦੱਸਦਾ ਸੀ ਤਾਂ ਲੋਕ ਰੋਂਦੇ ਰੋਂਦੇ ਹੱਸਣ ਲੱਗ ਪੈਂਦੇ ਸਨ। ਆਧੁਨਿਕ ਪਸਾਰਾਂ ਨਾਲ ਲੋਕਾਂ ਦੇ ਸਬੰਧਾਂ ਦਾ ਘੇਰਾ ਵਧੇਰੇ ਮੋਕਲਾ ਹੋਇਆ ਹੈ। ਤਕਨੀਕੀ ਪੱਖ ਵਿਕਸਿਤ ਹੋਣ ਨਾਲ ਹੁਣ ਸੱਦਾ ਪੱਤਰ ਛਪੇ ਹੋਏ ਰੂਪ ਵਿੱਚ ਭੇਜੇ ਜਾਣ ਲੱਗ ਪਏ ਹਨ। ਆਪਣੀ ਭਾਸ਼ਾ ਤੇ ਸੱਭਿਆਚਾਰ ਪ੍ਰਤੀ ਹੀਨ ਭਾਵਨਾ ਦੇ ਸ਼ਿਕਾਰ ਲੋਕ ਇਹਨਾਂ ਸੱਦਾ ਪੱਤਰਾਂ ਨੂੰ ਅਕਸਰ ਅੰਗਰੇਜ਼ੀ 'ਚ ਭੇਜਦੇ ਤੇ ਛਪਵਾਉਂਦੇ ਹਨ। ਉਹਨਾਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿ ਉਹਨਾਂ ਦੇ ਕੁਝ ਰਿਸ਼ਤੇਦਾਰ ਇਹ ਕਾਰਡ ਨਹੀਂ ਪੜ੍ਹ ਸਕਣਗੇ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਅੰਗਰੇਜ਼ੀ ਭਾਸ਼ਾ 'ਚ ਸੱਦਾ ਪੱਤਰ ਭੇਜਣ ਨਾਲ ਵਧੇਰੇ ਰੋਹ ਪੈਂਦਾ ਹੈ। ਇਹ ਬਿਮਾਰ ਲੋਕ ਸਿਰਫ ਪੰਜਾਬੀ ਹੀ ਹਨ, ਹੀਨ ਭਾਵਨਾ ਦੇ ਗ੍ਰਸੇ ਹੋਏ। ਪੂਰਬੀ ਤੇ ਦੱਖਣੀ ਭਾਰਤੀ ਲੋਕ ਜ਼ਿਆਦਾਤਰ ਆਪਣੇ ਸੱਦਾ ਪੱਤਰ ਮਾਤ ਭਾਸ਼ਾ ਵਿੱਚ ਹੀ ਛਪਾਉਂਦੇ ਹਨ ਤੇ ਇਸ ਵਿੱਚ ਮਾਣ ਮਹਿਸੂਸ ਕਰਦੇ ਹਨ। ਉਹ ਆਪਣੀ ਭਾਸ਼ਾ ਤੇ ਸਾਹਿਤ ਨਾਲੋਂ ਕਦੀ ਨਹੀਂ ਟੁੱਟਦੇ। ਪਰ ਸਾਡਾ ਆਵਾ ਉੱਤਿਆ ਹੋਇਆ ਹੈ। ਕਈ ਘਰਾਂ 'ਚ ਵੱਡੇ ਆਪਸ ਵਿੱਚ ਪੰਜਾਬੀ 'ਚ ਗੱਲਾਂ ਕਰਦੇ ਕਰਦੇ ਬੱਚਿਆਂ ਨਾਲ ਗੱਲ ਕਰਨ ਵੇਲੇ ਹਿੰਦੀ ਜਾਂ ਅੰਗਰੇਜ਼ੀ ਬੋਲਣ ਲੱਗ ਪੈਂਦੇ ਹਨ। ਮੇਰੇ ਇੱਕ ਗੁਆਂਢੀ ਨੂੰ ਸਫ਼ਰ ਉੱਤੇ ਜਾਣ ਵੇਲੇ ਰਾਹ 'ਚ ਪੜ੍ਹਨ ਲਈ ਕੋਈ ਦਿਲਚਸਪ ਕਿਤਾਬ ਚਾਹੀਦੀ ਸੀ। ਮੈਂ ਪੰਜਾਬੀ ਦਾ ਇੱਕ ਨਾਵਲ ਉਹਨੂੰ ਦੇ ਦਿੱਤਾ। ਉਹਨੇ ਪੈਂਦੀ ਸੱਟੇ ਨਾਵਲ ਮੋੜ ਮੇਰੇ ਹੱਥ ਫੜਾਇਆ ਤੇ ਬੋਲਿਆ, ਨਹੀਂ, ਇਹ ਤਾਂ ਰਹਿਣ ਦਿਓ। ਪੰਜਾਬੀ ਦੀ ਕਿਤਾਬ ਹੱਥ 'ਚ ਫੜੀ ਹੋਵੇ ਤਾਂ ਸ਼ਰਮ ਜਿਹੀ ਆਉਂਦੀ ਹੈ, ਲੱਗਦਾ ਹੈ ਬੰਦਾ ਅਨਪੜ੍ਹ ਹੈ। ਰਸੂਲ ਹਮਜ਼ਾਤੋਵ ਨੂੰ ਇੱਕ ਵਾਰ ਪੈਰਿਸ ਵਿੱਚ ਦਾਗਿਸਤਾਨੀ ਕੌਮੀਅਤ ਦਾ ਇੱਕ ਚਿੱਤਰਕਾਰ ਮਿਲਿਆ। ਉਹ ਪੜ੍ਹਾਈ ਕਰਨ ਲਈ ਇਟਲੀ ਚਲਾ ਗਿਆ ਸੀ। ਇਟਲੀ ਦੀ ਇੱਕ ਔਰਤ ਨਾਲ ਵਿਆਹ ਕਰਵਾ ਕੇ ਉੱਥੇ ਵਸ ਗਿਆ ਸੀ। ਉਹਨੂੰ ਆਪਣੀ ਮਿੱਟੀ ਦਾ ਹੇਰਵਾ ਸੀ। ਉਹ ਕਈ ਦੇਸਾਂ 'ਚ ਗਿਆ ਸੀ, ਪਰ ਅੰਦਰਲੀ ਖੋਹ ਉਹਨੂੰ ਕਿਤੇ ਵੀ ਚੈਨ ਨਹੀਂ ਸੀ ਲੈਣ ਦਿੰਦੀ। ਚਿੱਤਰਕਾਰ ਦੀ ਉਦਾਸੀ ਤੇ ਬੇਚੈਨੀ ਉਹਦੇ ਚਿੱਤਰਾਂ 'ਚ ਵੀ ਵਿਖਾਈ ਦਿੰਦੀ ਸੀ। ਉਹ ਵਾਪਸ ਦੇਸ਼ ਪਰਤਣ ਜੋਗਾ ਵੀ ਨਹੀਂ ਸੀ ਰਿਹਾ। ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਪੈਰਿਸ ਤੋਂ ਵਾਪਸ ਆ ਕੇ ਮੈਂ ਉਸ ਚਿੱਤਰਕਾਰ ਦੇ ਰਿਸ਼ਤੇਦਾਰਾਂ ਨੂੰ ਲੱਭਿਆ। ਮੈਨੂੰ ਜਾਣ ਕੇ ਹੈਰਾਨੀ ਹੋਈ ਕਿ ਉਹਦੀ ਮਾਂ ਉਦੋਂ ਵੀ ਜਿਉਂਦੀ ਸੀ। ਇਕੱਠੇ ਹੋਏ ਰਿਸ਼ਤੇਦਾਰਾਂ ਨੇ ਉਦਾਸ ਚਿਹਰਿਆਂ ਨਾਲ ਦਾਗਿਸਤਾਨ ਦੇ ਉਸ ਪੁੱਤਰ ਬਾਰੇ ਮੇਰੇ ਮੂੰਹੋਂ ਸਾਰਾ ਚਿੱਠਾ ਸੁਣਿਆ। ਲੱਗਦਾ ਸੀ ਉਹਨਾਂ ਚਿੱਤਰਕਾਰ ਨੂੰ ਮਾਫ਼ ਕਰ ਦਿੱਤਾ ਸੀ। ਇਹ ਜਾਣ ਕੇ ਉਹ ਖੁਸ਼ ਵੀ ਹੋਏ ਕਿ ਉਹ ਜਿਉਂਦਾ ਸੀ। ਅਚਾਨਕ ਉਸ ਚਿੱਤਰਕਾਰ ਦੀ ਮਾਂ ਨੇ ਪੁੱਛ ਲਿਆ, ਤੁਸੀਂ ਆਪਸ 'ਚ ਗੱਲਾਂ ਤਾਂ ਆਵਾਰ ਬੋਲੀ 'ਚ ਹੀ ਕੀਤੀਆਂ ਹੋਣਗੀਆਂ। ਨਹੀਂ, ਅਸੀਂ ਦੋਭਾਸ਼ੀਏ ਰਾਹੀਂ ਗੱਲਾਂ ਕੀਤੀਆਂ ਸੀ। ਮੈਂ ਰੂਸੀ ਬੋਲਦਾ ਸੀ ਤੇ ਤੁਹਾਡਾ ਪੁੱਤਰ ਫਰਾਂਸੀਸੀ। ਮਾਂ ਨੇ ਆਪਣਾ ਚਿਹਰਾ ਕਾਲੇ ਕੱਪੜੇ ਦੇ ਘੁੰਡ ਨਾਲ ਢੱਕ ਲਿਆ, ਜਿਵੇਂ ਸਾਡੀਆਂ ਔਰਤਾਂ ਪੁੱਤਰ ਦੀ ਮੌਤ ਬਾਰੇ ਪਤਾ ਲੱਗਣ ਤੇ ਢੱਕ ਲੈਂਦੀਆਂ ਹਨ। ਪੱਧਰੀ ਛੱਤ ਉੱਤੇ ਮੀਂਹ ਪੈ ਰਿਹਾ ਸੀ। ਅਸੀਂ ਦਾਗਿਸਤਾਨ ਵਿੱਚ ਸਾਂ। ਦੁਨੀਆ ਦੇ ਦੂਜੇ ਸਿਰੇ ਉੱਤੇ ਪੈਰਿਸ ਵਿੱਚ ਕਿਤੇ ਦਾਗਿਸਤਾਨ ਦਾ ਉਹ ਪੁੱਤਰ ਵੀ ਸ਼ਾਇਦ ਮੀਂਹ ਦੀ ਟਾਪ ਸੁਣ ਰਿਹਾ ਹੋਏਗਾ। ਤੈਨੂੰ ਗਲਤੀ ਲੱਗੀ ਹੈ ਰਸੂਲ। ਕੁਝ ਦੇਰ ਚੁੱਪ ਰਹਿਣ ਪਿੱਛੋਂ ਮਾਂ ਬੋਲੀ, ਮੇਰਾ ਪੁੱਤਰ ਤਾਂ ਕਦੋਂ ਦਾ ਮਰ ਚੁੱਕਾ ਹੈ। ਉਹ ਮੇਰਾ ਪੁੱਤ ਨਹੀਂ ਹੋ ਸਕਦਾ। ਮੇਰਾ ਕੋਈ ਵੀ ਪੁੱਤ ਆਪਣੀ ਬੋਲੀ ਨਹੀਂ ਸੀ ਭੁੱਲ ਸਕਦਾ, ਜਿਹੜੀ ਉਹਨੂੰ ਮੈਂ ਇੱਕ ਆਵਾਰ ਮਾਂ ਨੇ ਸਿਖਾਈ ਸੀ। ਸੱਦਾ ਪੱਤਰਾਂ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਵੀ ਫਿਕਰਮੰਦ ਹਾਂ ਕਿ ਸੋਚਵਾਨ ਪੰਜਾਬੀ ਮਾਵਾਂ ਕਿਹਦੀ ਮੌਤ ਉੱਤੇ ਘੁੰਡ ਨਾਲ ਆਪਣੇ ਚਿਹਰੇ ਢਕਣਗੀਆਂ ਤੇ ਵੈਰਾਗ ਡੁੱਬੀ ਅਲਾਉਣੀ ਪਾਉਣਗੀਆਂ। ਚੜਿਆ ਕੂੜ ਕੜਾਵਾਂ, ਮਾਂ ਦਾ ਚੰਦ ਛਿਪਿਆ,
ਰੱਬ ਖੈਰ ਕਰੇ। ਅੰਗਰੇਜ਼ੀ ਵਿੱਚ ਸੱਦਾ ਪੱਤਰ ਤਿਆਰ ਕਰਨ ਵੇਲੇ ਦਿਮਾਗ ਵਰਤਣ ਦੀ ਬਹੁਤੀ ਲੋੜ ਨਹੀਂ ਪੈਂਦੀ। ਕਈ ਵਾਰ ਤਾਂ ਨਕਲ ਮਾਰਨ ਦਾ ਤਰੱਦਦ ਵੀ ਨਹੀਂ ਕਰਨਾ ਪੈਂਦਾ। ਛਾਪੇਖਾਨੇ ਵਾਲੇ ਨੂੰ ਨਾਵਾਂ ਦੀ ਫਹਿਰਿਸਤ ਦੇ ਦਿਓ, ਉਹ ਪੁਰਾਣੇ ਕਾਰਡ 'ਚ ਨਵੇਂ ਨਾਂ ਭਰ ਕੇ ਸੱਦਾ ਪੱਤਰ ਛਾਪ ਦਿੰਦਾ ਹੈ ਤੇ ਆਪਣੇ ਪੈਸੇ ਖਰੇ ਕਰ ਲੈਂਦਾ ਹੈ। ਇਸ ਵੇਲੇ ਸੂਝਵਾਨ ਪੰਜਾਬੀਆਂ ਦਾ ਇੱਕ ਅਜਿਹਾ ਵਰਗ ਵੀ ਪੈਦਾ ਹੋ ਗਿਆ ਹੈ ਜਿਹੜਾ ਸਮਾਜਿਕ ਸਮਾਗਮਾਂ ਦੇ ਸੱਦੇ ਮਾਤ ਭਾਸ਼ਾ 'ਚ ਭੇਜਣ ਨੂੰ ਪਹਿਲ ਦਿੰਦਾ ਹੈ। ਇਹ ਸੂਝ ਭਾਰਤ ਦੀਆਂ ਬਾਕੀ ਭਾਸ਼ਾਵਾਂ ਦੇ ਲੋਕਾਂ 'ਚ ਪਹਿਲਾਂ ਪੈਦਾ ਹੋਈ ਸੀ। ਅਸੀਂ ਪੰਜਾਬੀ ਵਾਲੇ ਇਸ ਪਾਸੇ ਅਜੇ ਅੱਧ-ਪਚੱਧ ਆਏ ਹਾਂ। ਹੌਲੀ ਹੌਲੀ ਪੂਰੇ ਆ ਜਾਵਾਂਗੇ। ਆਪਣੇ ਬਾਪੂ ਜੀ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ ਮੈਂ ਜਿਹੜਾ ਸੁਨੇਹਾ ਕਰੀਬੀਆਂ ਲਈ ਭੇਜਿਆ ਸੀ, ਉਹ ਪੰਜਾਬੀ ਵਿੱਚ ਸੀ ਤੇ ਕੁਝ ਇਸ ਤਰ੍ਹਾਂ ਸੀ। ਜਿਸ ਦੀ ਉਮਰ ਕੋਲੋਂ ਮਹਿਕ ਲੈ ਕੇ ਅਸੀਂ ਪੋਲੀ ਤੋਂ ਗੁਲਾਬ ਹੋ ਗਏ ਸਾਂ, ਸਾਡਾ ਉਹ ਬਿਰਧ ਸੂਰਜ ਸਾਰੀ ਰੌਸ਼ਨੀ ਆਪਣੇ ਟੋਟਿਆਂ ਨੂੰ ਸੌਂਪ ਕੇ 15 ਜੁਲਾਈ 1982 ਦੇ ਦਿਨ ਆਪਣੇ ਆਤਸ਼ੀ ਵਜੂਦ ਸਮੇਤ ਤੁਰ ਗਿਆ ਹੈ। ਹੁਣ ਸਾਡੇ ਸਾਹਮਣੇ ਜ਼ਖਮੀ ਸੁਰਾਂ ਵਰਗੀ ਉਹਦੀ ਅਲਵਿਦਾ ਹੈ। ਹੁਣ ਬਾਪੂ ਜੀ ਦੇ 17ਵੀਂ ਦੇ ਅਖੰਡ ਪਾਠ ਦੀ ਅਰਦਾਸ ਸਾਡੇ ਘਰ 31 ਜੁਲਾਈ 1982 ਨੂੰ ਸਨਿਚਰਵਾਰ ਦੇ ਦਿਨ 12:30 ਵਜੇ ਹੋਏਗੀ। ਤੁਸੀਂ ਸਾਰੇ ਉਦਾਸ ਨਜ਼ਮ ਵਰਗੇ ਘਰ ਦੀਆਂ ਬਰੂਹਾਂ ਟੱਪ ਕੇ ਉਸ ਦਿਨ ਸਾਡੀ ਦਿਲ ਬਰੀ ਬਣੇ। ਅਸੀਂ ਜੋ ਉਹਦੇ ਲਹੂ ਦੀ ਬਾਤ ਹਾਂ, ਇਸ ਪਲ ਉਸ ਬਾਤ ਦਾ ਹੁੰਗਾਰਾ ਹਾਂ। ਇਹ ਹੁੰਗਾਰਾ ਤੁਹਾਡੇ ਮੋਹ ਤਰਵਾਸੇ ਦਾ ਤਲਬਗਾਰ ਹੈ। ਕਲਾਮਈ ਤੇ ਸਾਹਿਤਿਕ ਸੱਦਾ ਪੱਤਰ ਮੈਂ ਬਹੁਤ ਪਹਿਲਾਂ ਸ਼ਾਇਰ ਰਵਿੰਦਰ ਭੱਠਲ ਦੇ ਲਿਖੇ ਹੋਏ ਵੇਖੇ ਸਨ। ਉਹਨਾਂ ਸੱਦਾ ਪੱਤਰਾਂ ਵਿੱਚ ਕਵਿਤਾ ਸੀ, ਸਾਹਿਤ ਸੀ, ਭਾਵ ਸੀ ਤੇ ਸ਼ਬਦਾਂ 'ਚ ਆਤਮਾ ਸੀ। ਮੈਂ ਮੋਹਿਆ ਗਿਆ ਸਾਂ। ਰਵਿੰਦਰ ਭੱਠਲ ਦੀ ਪੈੜ ਤੋਂ ਬਾਅਦ ਤਾਂ ਅਨੇਕ ਲੇਖਕ ਦੋਸਤਾਂ ਦੇ ਸੱਦਾ ਪੱਤਰ ਮੈਨੂੰ ਪੰਜਾਬੀ 'ਚ ਲਿਖੇ ਹੋਏ ਮਿਲੇ ਸਨ, ਜਿਨ੍ਹਾਂ 'ਚ ਡਾਕਟਰ ਆਤਮਜੀਤ, ਡਾਕਟਰ ਸਤੀਸ਼ ਕੁਮਾਰ ਵਰਮਾ, ਮਰਹੂਮ ਜੋਗਾ ਸਿੰਘ, ਸਵੈਰਾਜ ਸੰਧੂ, ਡਾਕਟਰ ਗੁਰਮਿੰਦਰ ਸਿੱਧੂ ਤੇ ਡਾਕਟਰ ਬਲਦੇਵ ਸਿੰਘ ਖਹਿਰਾ ਆਦਿ ਸਨ। ਡਾਕਟਰ ਗੁਰਮਿੰਦਰ ਸਿੱਧੂ ਨੇ ਤਾਂ ਖੁਸ਼ੀਆਂ ਗਮੀਆਂ 'ਚ ਵਰਤੇ ਜਾਣ ਵਾਲੇ ਕਾਵਿਕ ਸੁਨੇਹੇ ਤੇ ਸੱਦਾ ਪੱਤਰਾਂ ਦੀ ਚੌਮੁਖੀਆ ਇਬਾਰਤਾਂ ਨਾਂ ਦੀ ਇੱਕ ਕਿਤਾਬ ਵੀ ਛਪਵਾ ਦਿੱਤੀ ਹੈ। ਕੁਝ ਲੋਕ ਇਹੋ ਜਿਹੇ ਸੱਦਾ ਪੱਤਰ ਮਿਲਣ ਉੱਤੇ ਹੈਰਾਨ ਹੁੰਦੇ ਹਨ। ਕਿਸੇ ਅਫਸਰ ਦੇ ਸੱਦਾ ਪੱਤਰ ਦਾ ਇਹੋ ਜਿਹਾ ਰੂਪ ਹੋਣਾ ਚਿਤਵਿਆ ਵੀ ਨਹੀਂ ਹੁੰਦਾ। ਵੱਡੀ ਗਿਣਤੀ ਨੂੰ ਜਦੋਂ ਇਹੋ ਜਿਹਾ ਸੱਦਾ ਪੱਤਰ ਮਿਲਦਾ ਹੈ ਤਾਂ ਉਹਨਾਂ ਵਿੱਚੋਂ 2-4 ਇਹੋ ਜਿਹੇ ਜ਼ਰੂਰ ਹੁੰਦੇ ਹਨ ਜੋ ਕਾਰਡ ਸੰਭਾਲ ਲੈਂਦੇ ਹਨ। ਉਹ ਕਿਸੇ ਮੁਹੱਬਤੀ ਦੇ ਸ਼ੁਭ ਕਾਰਜ ਵੇਲੇ ਉਹ ਕਾਰਡ ਵਰਤ ਲੈਂਦੇ ਹਨ ਜਾਂ ਫਿਰ ਆਪਣੀ ਲੋੜ ਅਨੁਸਾਰ ਉਸ ਕਾਰਡ 'ਚ ਤਰਮੀਮ ਕਰਕੇ ਨਵੇਂ ਰੂਪ 'ਚ ਛਪਵਾ ਲੈਂਦੇ ਹਨ। ਰਿਸ਼ਤੇਦਾਰੀ 'ਚ ਹੋਏ ਇੱਕ ਵਿਆਹ ਵੇਲੇ ਇੱਕ ਸੱਜਣ ਮੈਨੂੰ ਲੱਭ ਕੇ ਉਚੇਚਾ ਮਿਲੇ ਸਨ। ਉਸ ਵਿਆਹ ਦਾ ਸੱਦਾ ਪੱਤਰ ਮੈਂ ਲਿਖਿਆ ਸੀ। ਉਹ ਚਾਹੁੰਦੇ ਸਨ ਕਿ ਉਹਨਾਂ ਦੇ ਨਵੇਂ ਬਣੇ ਘਰ ਦੀ ਚੱਠ ਲਈ ਮੈਂ ਕਾਰਡ ਲਿਖ ਦੇਵਾਂ। ਮੈਂ ਹੁੰਗਾਰਾ ਭਰਿਆ ਸੀ। ਮੇਰਾ ਵਿਸ਼ਵਾਸ ਸੀ ਕਿ ਪੰਜਾਬੀ 'ਚ ਛਪੇ ਸੱਦਾ ਪੱਤਰਾਂ ਦਾ ਸੋਚ ਦੇ ਪੰਜਾਬੀਕਰਨ 'ਚ ਮਹੱਤਵਪੂਰਨ ਯੋਗਦਾਨ ਹੈ। ਉਸ ਸੱਜਣ ਦੇ ਘਰ ਦੀ ਚੱਠ ਦਾ ਕਾਰਡ ਮੈਂ ਇਸ ਤਰ੍ਹਾਂ ਲਿਖਿਆ ਸੀ। ਹਰਫਾਂ ਦੀ ਨਦੀ ਤੇ ਤੈਰਦੀ ਅਹਿਸਾਸ ਦੀ ਬੇੜੀ ਦਾ ਬਸ ਇੰਨਾ ਕੁ ਮਾਣਾ ਹੈ ਕਿ ਅਸੀਂ ਘਰ ਤਾਮੀਰ ਕੀਤਾ ਹੈ। ਪੱਤੇ ਦੀ ਤਲੀ ਉੱਤੇ ਪਾਣੀ ਦੇ ਬਦਨ ਵਰਗਾ ਹਰੇ ਚਾਹ ਤੇ ਸਾਵੇ ਮੋਤੀ ਜਿਹਾ। ਤੁਸੀਂ ਤਾਂ ਜਾਣਦੇ ਹੋ, ਹਨੇਰੇ ਕਮਰਿਆਂ 'ਚ ਨਹੀਂ ਖਿੜਦੇ ਗੁਲਾਬ, ਇਸੇ ਲਈ ਉੱਥੇ ਦੋਸਤੀਆਂ ਤੇ ਰਿਸ਼ਤਿਆਂ ਦਾ ਸੂਰਜ ਅਤੇ ਚਾਨਣ ਦੀਆਂ ਕਾਤਰਾਂ ਦਾ ਗਲੀਚਾ ਹੈ। ਤੇ ਤੁਹਾਡੇ ਦਿਲਾਂ ਵਰਗੇ ਖੁੱਲ੍ਹੇ ਬੂਹੇ ਰੱਖ ਕੇ ਜੀ ਆਇਆਂ ਕਹਿਣ ਲਈ ਕੁਝ ਇੱਟਾਂ ਚਿਣੀਆਂ ਨੇ। ਉੱਥੇ ਜੋ ਕੁਝ ਵੀ ਹੈ ਉਨੀ ਗੁਣੀ ਹੀ ਮਕਾਨ ਤੋਂ ਘਰ ਬਣਦਾ ਹੈ। ਤੁਸੀਂ ਬਸ ਇੰਨਾ ਕਰਿਓ ਕਿ 13 ਫਰਵਰੀ ਦੇ ਦਿਨ ਠੀਕ 10 ਵਜੇ ਘਰ ਦੀ ਚੱਠ ਖਾਤਰ ਸੰਦਲੀ ਪਾਉਣ ਬਣ ਕੇ ਮੁਹੱਬਤ ਦਾ ਨਿੱਘ ਲੈ ਕੇ ਸਾਡੇ ਨਵੇਂ ਘਰ ਦੀਆਂ ਬਰੂਹਾਂ 'ਚ ਪੈਰ ਧਰਿਓ। ਤੁਹਾਡੇ ਆਉਣ ਨਾਲ ਸਾਡੇ ਸਾਹਾਂ ਵਿੱਚ ਇਲਾਇਚੀਆਂ ਘੁਲ ਜਾਣਗੀਆਂ ਤੇ ਵਿਹੜਾ ਫੁੱਲਾਂ ਦੀ ਮਹਿਕ ਹੋ ਜਾਏਗਾ। ਸੱਦਾ ਪੱਤਰ ਸਿਰਫ ਦੁਨਿਆਵੀ ਕਾਰਜਾਂ, ਵਿਆਹਾਂ ਜਾਂ ਮਰਗਾਂ ਲਈ ਹੀ ਨਹੀਂ ਹੁੰਦੇ। ਚਾਵਾਂ ਅਸੀਂ ਖੁਸ਼ੀਆਂ ਦੇ ਜਸ਼ਨ ਦਾ ਵੀ ਕੋਈ ਸਬੱਬ ਹੋ ਸਕਦਾ ਹੈ। ਬਰਨਾਲੇ ਵਾਲੇ ਮਿੱਠੂ, ਮੇਜਰ, ਲੱਖ ਤੇ ਮਦਾਨ ਦੇ
14ਵੀਂ 'ਚੋਂ ਪਾਸ ਹੋਣ ਦੀ ਖੁਸ਼ੀ 'ਚ ਰਵਿੰਦਰ ਭੱਠਲਗਿਆਂ ਨੇ ਜਿਹੜਾ ਧਮੱਚੜ ਪਾਇਆ ਸੀ, ਉਸ ਧਮੱਚੜ ਦਾ ਸੱਦਾ ਪੱਤਰ ਵੀ ਅਲੋਕਾਰੀ 'ਚ ਪਵਾਇਆ ਸੀ। ਸੱਦਾ ਪੱਤਰ ਦੇ ਪਹਿਲੇ ਸਫ਼ੇ ਉੱਤੇ ਪਹੁੰਚਣ ਦੀ ਤਾਕੀਦ ਇਹ ਲੋਕ ਬੋਲੀ ਰਾਹੀਂ ਕੀਤੀ ਸੀ। ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ। ਸੱਦਾ ਪੱਤਰ ਦੇ ਦੂਜੇ ਸਫ਼ੇ ਉੱਤੇ ਤਿੱਕ ਵਾਰ ਤੇ ਰਲ ਬਹਿਣ ਦਾ ਵੇਰਵਾ ਇਸ ਤਰ੍ਹਾਂ ਸੀ। ਮਿੱਤਰ, 20 ਜਨਵਰੀ ਐਤਵਾਰ ਨੂੰ ਜਿਉਂ ਹੀ ਸੂਰਜ ਛਿਪੇ, ਹਨੇਰਾ ਜਿਹਾ ਉਤਰ ਆਵੇ ਤਾਂ ਤੈਂ, ਸਿਰਫ ਤੈਂ ਆਉਣਾ ਤੇ ਜ਼ਰੂਰ ਆਉਣਾ। ਨਰੈਣ ਸਿੰਘ ਦੇ ਹਾਤੇ ਜਿੱਥੇ ਭੂਤ ਵਸਦੇ ਹਨ ਬੰਦਿਆਂ ਚਾਹੇ, ਦੇਖੀ ਕਿਤੇ ਪਛੜ ਜਾਵੇਂ ਜਾਂ ਆਵੇਂ ਹੀ ਨਾ, ਇਹ ਸਾਰੀ ਉਮਰ ਦਾ ਪਛਤਾਵਾ ਬਣ ਜੂ ਭਰਾਵਾ। ਉੱਥੇ ਆਪਾਂ ਮਿਲ ਬੈਠਾਂਗੇ ਤੇ 6ਵੇਂ ਦਰਿਆ 'ਚ ਚੁੱਭੀ ਮਾਰਾਂਗੇ। ਹੁਣ 11 ਬੇਲੀਆਂ ਦੇ ਇਕੱਠੇ ਹੋਣ ਦਾ ਤੇ ਰਲ ਕੇ 6ਵੇਂ ਦਰਿਆ 'ਚ ਚੁੱਭੀ ਲਾਉਣ ਦਾ ਕਾਰਨ ਸੱਦਾ ਪੱਤਰ ਦੇ ਤੀਜੇ ਸਫ਼ੇ ਤੇ ਦਿਸਦਾ ਹੈ। ਆਰੀ 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 ਬਈ ਵਿੱਚ ਬਰਨਾਲੇ ਦੇ ਹੋ ਗਿਆ ਬਖੂਆ ਭਾਰੀ, ਅਖਬਾਰ ਪਿਆ ਸੱਚ ਬੋਲਦਾ, ਚਾਰੋਂ ਹੋਏ ਫਿਰਨ ਇਨਕਾਰੀ, 14ਵੀਂ 'ਚੋਂ ਪਾਸ ਹੋ ਗਈ ਚੰਡਾਲ ਚੌਂਕੜੀ ਸਾਰੀ, ਭੂਤਵਾੜੇ ਇਕੱਠ ਹੋਊਗਾ, ਹੋ ਗਿਆ ਹੁਕਮ ਸਰਕਾਰੀ, ਸਾਰੀ ਰਾਤ ਕੜਮੱਸ ਪਊਗੀ, ਤੁਸੀਂ ਆ ਕੇ ਪੁਗਾ ਦਿਓ ਯਾਰੀ। ਸੱਦਾ ਆਇਆ ਮਿੱਤਰਾਂ ਦਾ, ਲਾ ਲਓ ਚਾਹ ਦੇ ਸਮੁੰਦਰਾਂ 'ਚ ਤਾਰੀ, ਮਿੱਤਰਾਂ ਨੂੰ ਚਾਅ ਚੜਿਆ, 36 ਖੂਹ ਤੇ ਪਈ ਕਿਲਕਾਰੀ। ਇਸੇ ਸੱਦਾ ਪੱਤਰ ਦੇ ਚੌਥੇ ਸਫ਼ੇ ਉੱਤੇ ਯਾਰੀ ਦੋਸਤੀ ਦੇ ਅਹਿਸਾਸ ਨਾਲ ਜੁੜੇ ਹੋਏ ਲੋਕ ਗੀਤ ਦਿੱਤੇ ਹੋਏ ਸਨ। ਗ੍ਰਸਤੀ ਵਿੱਚ ਪ੍ਰਵੇਸ਼ ਦਾ ਵੇਲਾ ਮਨੁੱਖ ਦੇ ਜੀਵਨ ਦਾ ਇੱਕ ਅਹਿਮ ਵੇਲਾ ਹੈ। ਉਸ ਵੇਲੇ ਚਾਅ ਆਪਣੇ ਪੂਰੇ ਸਿਖਰ ਉੱਤੇ ਹੁੰਦਾ ਹੈ। ਉਸ ਸ਼ੁਭ ਘੜੀ ਦੇ ਚਾਵਾਂ ਵਿੱਚੋਂ ਇੱਕ ਚਾਅ ਵਿਆਹ ਦੇ ਕਾਰਡ ਨੂੰ ਸੋਹਣਾ ਬਣਾਉਣਾ ਤੇ ਸੋਹਣਾ ਛਪਵਾਉਣਾ ਹੁੰਦਾ ਹੈ। ਸੱਦਾ ਪੱਤਰ ਦੀ ਸੁੰਦਰਤਾ ਹਰ ਇੱਕ ਦੇ ਸੋਝ ਅਨੁਸਾਰ ਹੀ ਹੁੰਦੀ ਹੈ। ਆਪਣੀ ਧੀ ਦੇ ਵਿਆਹ ਦੇ ਸੰਜੋਗੀ ਪਲਾਂ ਲਈ ਬੁਲਾਵੇ ਦਾ ਕਾਰਡ ਮੈਂ ਬੜੀ ਰੀਝ ਨਾਲ ਤਿਆਰ ਕੀਤਾ ਸੀ। ਉਸ ਕਾਰਡ ਦੀ ਇਬਾਰਤ ਲਿਖਣ ਵੇਲੇ ਮੈਂ ਭਾਵੁਕ ਸਾਂ। ਧੀ ਦੀ ਅਲਵਿਦਾ ਵਰਗੀ ਵਿਦਾ ਵੀ ਉਸ ਇਬਾਰਤ ਵਿੱਚ ਸ਼ਾਮਲ ਹੋ ਗਈ। ਉਹਨਾਂ ਸ਼ਬਦਾਂ 'ਚ ਪਿਓ ਦਾ ਪਿਆਰ ਵੀ ਸੀ ਤੇ ਮਾਂ ਦੀ ਮਮਤਾ ਵੀ। ਉਸ ਕਾਰਡ ਦੇ 4 ਸਫ਼ੇ ਕੁਝ ਇਸ ਤਰ੍ਹਾਂ ਸਨ। ਪਹਿਲਾ ਸਫ਼ਾ, ਬਾਬਲ ਤੇਰੇ ਮਹਿਲਾਂ ਵਿੱਚੋਂ। ਮੋਟੇ ਅੱਖਰਾਂ 'ਚ ਲਿਖੇ ਇਸ ਅਨੁਵਾਨ ਤੋਂ ਬਾਅਦ ਇੱਕ ਸੁਹਾਗ ਗੀਤ ਦੀਆਂ ਕੁਝ ਸਤਰਾਂ ਸਨ। ਬੰਨੂ ਕਹਾਰੋ ਮੇਰੀ ਡੋਲੀ ਦੀਆਂ ਤਣੀਆਂ, ਚੰਡੋਲਾਂ ਦੇ ਧਾਗੇ, ਮੁੱਖ ਪਾਨਾਂ ਦੇ ਬੇੜੇ, ਛੋੜਾਂ ਮੈਂ ਪੇਕੀਆਂ ਗਲੀਆਂ, ਖੋਲੋ ਕਹਾਰੋ ਮੇਰੀ ਡੋਲੀ ਦੀਆਂ ਤਣੀਆਂ, ਚੰਡੋਲਾਂ ਦੇ ਧਾਗੇ, ਮੱਲਾਂ ਮੈਂ ਸਹੁਰੀਆਂ ਗਲੀਆਂ। ਦੂਜਾ ਸਫ਼ਾ, ਇਸ ਸਫ਼ੇ ਉੱਤੇ ਪੁੰਨ ਕਾਰਜ ਦੇ ਪ੍ਰੋਗਰਾਮ ਦਾ ਵੇਰਵਾ ਹੈ। ਤੀਜਾ ਸਫ਼ਾ, ਰੰਗਾਂ ਰੱਤੇ ਚਾਵਾਂ ਮੱਤੇ ਪਵਿੱਤਰ ਕਾਰਜ ਲਈ, ਮਨ ਦੀ ਖੁਸ਼ਬੂ ਵਰਗਾ ਸੱਦਾ ਕਬੂਲ ਕਰਿਓ, ਬਾਬਲ ਦੀਆਂ ਅਸੀਸਾਂ ਦੇ ਘਣ ਛਾਵੇਂ ਰੁੱਖ ਹੇਠ ਮੌਲੀ, ਮਾਂ ਦੀ ਮਹਿਕਦੀ ਮਮਤਾ 'ਚ ਪਲੀ, ਕਿਸੇ ਕਵਿਤਾ ਦੀ ਸਤਰ ਵਰਗੀ ਲਾਡਲੀ ਧੀ ਆਦਿਕਾ, ਸਪੁੱਤਰੀ ਸਰਦਾਰਨੀ ਅਮਰਿੰਦਰ ਕੌਰ ਤੇ ਲੈਫਟੀਨੈਂਟ ਕਰਨਲ ਜਸਬੀਰ ਸਿੰਘ ਭੁੱਲਰ ਲਈ ਅਸੀਂ ਲੱਭ ਲਿਆ ਹੈ ਇੱਕ ਸੁਲੱਖਣਾ ਬੂਹਾ, ਤੇ ਹੁਣ ਉਸ ਬੂਹੇ ਦੇ ਸੁਫਨ ਸਾਜ਼ ਮਨ ਅੰਦਰ ਵੀਰ, ਸਪੁੱਤਰ ਸਰਦਾਰਨੀ ਦਲਜੀਤ ਕੌਰ ਤੇ ਕਰਨਲ LBS ਗਿੱਲ ਨਾਲ ਧੀ ਦਾ ਇੱਕ ਘਰ ਤਾਮੀਰ ਹੋਣਾ ਹੈ। ਹੁਣ ਉਹਨਾਂ ਇਕੱਠਿਆਂ ਤੁਰਨਾ ਹੈ। ਵਿਸ਼ਵਾਸ ਦੇ ਸਾਬਤ ਕਦਮ ਕਿ ਮਹਿਕ ਪੈਰਾਂ ਦਾ ਹਾਸਲ ਬਣੇ। ਵਿਆਹ ਦੇ ਇਹਨਾਂ ਸੰਜੋਗੀ ਪਲਾਂ ਲਈ ਅਸੀਂ ਬਹੁਤ ਬਾਲੇ ਨੇ ਚਾਵਾਂ ਦੇ ਚਿਰਾਗ, ਤੁਸੀਂ ਆ ਕੇ ਦੋਹਾਂ ਸੁਭਾਗਿਆਂ ਲਈ ਸਿਰਜਣਾ ਹੈ ਅਸੀਸਾਂ ਦਾ ਅਸਮਾਨ। ਤੁਹਾਡੀ ਸੰਦਲੀ ਆਮਦ ਦੇ ਤਲਬਗਾਰ ਭੁੱਲਰ ਭੱਠਲ ਸਿੱਧੂ ਬੈਂਸ ਢਿੱਲੋਂ ਤੇ ਢੀਂਡਸਾ ਪਰਿਵਾਰ। ਚੌਥਾ ਸਫ਼ਾ, ਚੌਥੇ ਸਫ਼ੇ ਉੱਤੇ ਧੀ ਦੇ ਸੁਪਨੇ ਤੇ ਭਾਵਨਾਵਾਂ ਨਾਲ ਪਰੁੱਚੇ ਹੋਏ ਲੋਕ ਗੀਤਾਂ ਦੇ ਮੁਖੜੇ ਸਨ। ਦੇਵੇਂ ਬਾਬਲਾ ਉਸ ਘਰੇ ਜਿੱਥੇ ਹੱਸਣੀ ਖੇਡਣੀ ਸੱਸ, ਧੋਵਾਂਗੀ ਅੰਗਣ ਪੋਚਾਂਗੀ ਚੌਂਕਾਂ, ਜੋੜਾ ਵਲਾਵਾਂਗੀ ਨਿੱਤ, ਬਾਬਲ ਤੇਰਾ ਪੁੰਨ ਹੋਵੇ। ਸੁਹਾਗ, ਮੇਰੀ ਡੋਲੀ ਨੂੰ ਰੱਜ ਕੇ ਵੇਖ ਨੀ ਮਾਂ, ਮੈਂ ਤਾਂ ਜਾਣਾ ਮਾਹੀ ਦੇ ਦੇਸ ਨੀ ਮਾਂ। ਲੋਕ ਗੀਤ, ਵਣ ਤਣ ਪੀਲਾਂ ਪੱਕੀਆਂ ਨੀ ਮੇਰੀ ਰਾਣੀਏ ਮਾਏ, ਕੋਈ ਹੋਈਆਂ ਲਾਲ ਗੁਲਾਲ ਨੀ ਭਲੀਏ, ਧੀਆਂ ਨੂੰ ਸਹੁਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ, ਤੇਰਾ ਕਿਹਾ ਕੁ ਲੱਗਦਾ ਜੀ ਨੀ ਭਲੀਏ, ਘੜੀਆਂ ਗਿਣਦੀ ਦਿਨ ਗਿਆ ਨੀ ਮੇਰੀ ਭੋਲੀਏ ਮਾਏ,
ਕੋਈ ਤਾਰੇ ਗਿਣਦਿਆਂ ਰਾਤ ਨਹੀਂ ਭਲੀਏ। ਸੁਹਾਗ। ਇਹ ਲਾਜ਼ਮ ਹੈ ਕਿ ਧੀ ਦੇ ਵਿਆਹ ਦੇ ਕਾਰਡ ਪਿੱਛੋਂ ਪੁੱਤਰ ਦੇ ਵਿਆਹ ਦੇ ਕਾਰਡ ਦਾ ਨਮੂਨਾ ਸਨਮੁਖ ਹੋਵੇ। ਅਮਰੀਕਾ ਵਸਦਾ ਮੇਰਾ ਭਣੇਵਾਂ ਆਪਣੇ ਵਿਆਹ ਵੇਲੇ ਪੰਜਾਬੀ 'ਚ ਕਾਰਡ ਛਪਾਉਣ ਉੱਤੇ ਬਜ਼ਿੱਦ ਸੀ। ਮੈਨੂੰ ਮਾਤ ਭਾਸ਼ਾ ਦੀ ਵਰਤੋਂ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨ ਝੂਠੇ ਪੈਂਦੇ ਜਾਪੇ ਸਨ ਕਿ ਵਿਦੇਸ਼ਾਂ 'ਚ ਵਸਦੀ ਨਵੀਂ ਪੀੜ੍ਹੀ ਪੰਜਾਬੀ ਤੋਂ ਮੁਨਕਰ ਸੀ। ਮੈਨੂੰ ਇਹ ਵੀ ਲੱਗਾ ਸੀ ਕਿ ਯੂਨੈਸਕੋ ਦੀ ਉਹ ਰਿਪੋਰਟ ਵੀ ਝੂਠੀ ਸੀ ਜਿਸ 'ਚ ਕਿਹਾ ਗਿਆ ਸੀ ਕਿ ਆਉਣ ਵਾਲੇ 50 ਸਾਲਾਂ ਤੱਕ ਪੰਜਾਬੀ ਨੇ ਮੁੱਕ ਜਾਣਾ। ਉਸ ਭਣੇਵੇਂ ਦੇ ਵਿਆਹ ਦਾ ਕਾਰਡ ਇਸ ਤਰ੍ਹਾਂ ਸੀ। ਪਹਿਲਾ ਸਫ਼ਾ। ਸੱਦਾ ਆਦੇਸ਼ ਦੇ ਵਿਆਹ ਦਾ। ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਨੀ ਲਾਹੌਰੀ ਤੂੰ ਵੀ ਤੰਬੂ ਤਾਣੇ, ਨੀ ਪਸ਼ੌਰੀ ਤੰਬੂ ਤਾਣੇ, ਉੱਤੋਂ ਸੁੱਟਾਂਗੀ ਮੁਖਾਣੇ, ਕੁੜੀਆਂ ਝੋਪ ਝੋਪ ਖਾਣੇ, ਉੱਤੋਂ ਸੁੱਟਾਂਗੀ ਕੜਾ, ਮੇਰੇ ਵੀਰ ਦਾ ਵਿਆਹ, ਮੇਰੇ ਵੀਰੇ ਦਾ ਵਿਆਹ। ਲੋਕ ਗੀਤ। ਦੂਜਾ ਸਫ਼ਾ ਪ੍ਰੋਗਰਾਮ ਦਾ ਵੇਰਵਾ। ਤੀਜਾ ਸਫ਼ਾ। ਗੱਲ ਸਿਰਫ ਇੰਨੀ ਕੁ ਨਹੀਂ ਕਿ ਮਹਿਮਾ ਸਰਜਾਂ ਵਾਲੇ ਸਵਰਗੀ ਸਰਦਾਰ ਸ਼ਾਮ ਸਿੰਘ ਦੇ ਪੋਤਰੇ ਤੇ ਭੁੱਲਰਾਂ ਵਾਲੇ ਸਵਰਗੀ ਸਰਦਾਰ ਅਮਰ ਸਿੰਘ ਦੇ ਦੋਤਰੇ ਨੂੰ ਚਾਵਾਂ ਦੇ ਖੰਭ ਉਗਾਏ ਨੇ। ਗੱਲ ਇਹ ਵੀ ਹੈ ਕਿ ਮਾਂ ਮਨਿੰਦਰ ਕੌਰ ਦੀ ਧਰਤੀ ਵਰਗੀ ਗੋਦ ਵਿੱਚ ਮਹਿਕਦੀ ਮਮਤਾ ਸੰਗ ਪ੍ਰਵਾਨ ਹੋਈ ਸੰਧੂਰੀ ਖੁਸ਼ਬੂਆਂ ਵਰਗੇ ਲਾਲ ਬਦਾਮੀ ਬਦਨ ਜਏ ਆਸਾਂ ਦੇ ਚੰਦਰਮਾ, ਕਿਸੇ ਕਵਿਤਾ ਦੀ ਸਤਰ ਵਰਗੇ ਲਾਡਲੇ ਸੰਦਲੀ ਸਾਹਾਂ ਦੇ ਨਿੱਘ ਵਰਗੇ ਆਦੇਸ਼ ਸਪੁੱਤਰ ਸਰਦਾਰਨੀ ਤੇ ਸਰਦਾਰ ਮਹਿੰਦਰ ਸਿੰਘ ਸਿੱਧੂ ਅਤੇ ਹਰਮੀਤ ਸਪੁੱਤਰੀ ਸਰਦਾਰਨੀ ਤੇ ਸਰਦਾਰ ਅਜੀਤ ਸਿੰਘ ਭੁੱਲਰ ਨੇ ਸੁਪਨਿਆਂ ਦੀ ਕੰਧਾਂ ਉਸਾਰੀਆਂ ਨੇ, ਮੁਹੱਬਤ ਦੀ ਤਾਰਿਆਂ ਜੜੀ ਛੱਤ ਪਾਈ ਹੈ, ਖੁਸ਼ੀਆਂ ਦੇ ਫਾਨੂਸ ਲਟਕਾਏ ਨੇ, ਵਿਸ਼ਵਾਸ ਦੇ ਗੁਲਦਸਤੇ ਸਜਾਏ ਨੇ, ਤੇ ਇਸ ਤਲਿਸਮੀ ਉਸਾਰੀ ਨੂੰ ਘਰ ਕਹਿਣ ਲਈ ਵਿਆਹ ਦੇ ਸੰਜੋਗੀ ਪਲ ਸਿਰਜ ਲਏ ਨੇ। ਤੁਸੀਂ ਸਾਡੇ ਚਾਹ ਦੀ ਉਂਗਲ ਫੜ ਕੇ ਸੁਪਨਿਆਂ ਦੀ ਤਮੀਰ ਦਾ ਹੁੰਗਾਰਾ ਬਣਿਓ। ਸਿੱਧੂ ਪਰਿਵਾਰ ਦੀਆਂ ਅੱਖਾਂ ਜਿਸ ਰਾਹ ਤੇ ਵਿਛੀਆਂ ਹੋਣਗੀਆਂ ਉਹ ਰਾਹ ਤੁਹਾਡੀ ਪੈੜ ਨੂੰ ਜੀ ਆਇਆਂ ਕਰੇਗਾ। ਚੌਥਾ ਸਫ਼ਾ। ਵੇ ਵਧਾਵਿਆਂ ਸੱਜਣਾ ਸੁਹਾਵਿਆ ਸੱਜਣਾ, ਇਹ ਘਰ ਕਿੰਨੀ ਗੁਣੀ ਬਣਦੇ, ਇਹ ਘਰ ਲਿਪਿਆਂ ਪੋਚਿਆਂ ਕੁੰਗੇ ਛਿੜਕਿਆਂ, ਇਹ ਘਰ ਇੰਨੀ ਗੁਣੀ ਬਣਦੇ, ਜੰਮਣ ਪੁੱਤ ਸੁਪੁੱਤੜੇ ਆਵਣ ਨੂੰਹਾਂ ਸੁਹਾਗਣਾ, ਇਹ ਘਰ ਇੰਨੀ ਗੁਣੀ ਬਣਦੇ। ਲੋਕ ਗੀਤ। ਘੋੜੀ ਤੇ ਮੇਰਾ ਸੋਹਣਾ ਵੀਰ ਚੜੇ, ਵੇ ਨਿੱਕਿਆ ਭੈਣ ਸੁਹਾਗਣ ਤੇਰੀ ਵਾਗ ਫੜੇ, ਭੈਣ ਸੁਹਾਗਣ ਤੇਰੀ ਵਾਗ ਫੜੇ, ਵੇ ਨਿੱਕਿਆ ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ, ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ, ਵੇ ਨਿੱਕਿਆ ਰੱਤਾ ਰੱਤਾ ਡੋਲਾ ਮਹਿਲੀ ਆਣ ਵੜੇ, ਰੱਤਾ ਰੱਤਾ ਡੋਲਾ ਮਹਿਲੀ ਆਣ ਵੜੇ, ਵੇ ਨਿੱਕਿਆ ਮਾਂ ਵੇ ਸੁਹਾਗਣ ਪਾਣੀ ਵਾਰ ਪੀ। ਭਵਿੱਖ 'ਚ ਇਹੋ ਜਿਹੇ ਵੰਨ ਸੁਵੰਨੇ ਸੱਦਾ ਪੱਤਰ ਤੁਹਾਨੂੰ ਵੀ ਮਿਲਣਗੇ ਤੇ ਮੈਨੂੰ ਵੀ। ਇਹ ਸੱਦਾ ਪੱਤਰ ਮਹਿਜ਼ ਸੱਦਾ ਪੱਤਰ ਨਹੀਂ ਹਨ, ਆਪਣਿਆਂ ਦੀ ਮਾਖਿਓਂ ਮਿੱਠੀ ਹਾਕ ਹੈ। ਇਹੋ ਜਿਹੀ ਹਾਕ ਸਦਕਾ ਅਸੀਂ ਆਪਣਿਆਂ ਦੇ ਸ਼ੁਭ ਸਮਾਗਮਾਂ ਵਿੱਚ ਸ਼ਮੂਲਤ ਦਾ ਚਾਅ ਵੀ ਬਣਦੇ ਹਾਂ ਤੇ ਹੁਲਾਰਾ ਵੀ। ਜਦੋਂ ਅਸੀਂ ਪੰਜਾਬੀ 'ਚ ਬੁਲਾਵਾ ਭੇਜਦੇ ਹਾਂ ਤੇ ਉਸ ਇਬਾਰਤ ਵਿੱਚ ਸਾਡਾ ਧੱਕ ਧੱਕ ਕਰਦਾ ਦਿਲ ਵੀ ਹੁੰਦਾ ਹੈ, ਸੰਵੇਦਨਾ ਵੀ ਤੇ ਆਤਮਾ ਵੀ। ਪੰਜਾਬੀ 'ਚ ਲਿਖੇ ਹੋਏ ਸੱਦਾ ਪੱਤਰ ਜਦੋਂ ਪਿਰਤ ਬਣਨਗੇ ਤਾਂ ਹੀ ਸਾਡੀ ਰੂਹ ਦੇ ਨਕਸ਼ ਸਾਡੇ ਆਪਣਿਆਂ ਕੋਲ ਪਹੁੰਚ ਸਕਣਗੇ। ਪੰਜਾਬੀ ਦੇ ਖਿਲਾਫ ਕੂੜ ਕੜਾਵਾ ਬੜਾ ਸੰਘਣਾ ਹੈ, ਹੀਨ ਭਾਵਨਾ ਦੀ ਕਾਲਖ ਵੀ ਬਥੇਰੀ ਗੂੜੀ ਹੈ, ਪਰ ਉਹ ਵੇਲਾ ਦੂਰ ਨਹੀਂ ਜਦੋਂ ਕਰੀਬੀਆਂ ਦੇ ਸੱਦੇ ਰੂਹ ਦੀ ਜ਼ੁਬਾਨ 'ਚ ਹੋਣਗੇ। ਉਦੋਂ ਅਸੀਂ ਉਹਨਾਂ ਦੇ ਹੋਰ ਨੇੜੇ ਹੋਵਾਂਗੇ। ਉਦੋਂ ਉਹਨਾਂ ਦੇ ਸੁੱਖਾਂ ਤੇ ਖੁਸ਼ੀਆਂ ਦੀ ਘੜੀ ਵੀ ਆਪਣੀ ਹੋਵੇਗੀ, ਉਹਨਾਂ ਦੇ ਦੁੱਖ ਦੀ ਘੜੀ ਮੋਢਾ ਵੀ ਅਸੀਂ ਹੀ ਬਣਾਂਗੇ। ਪੰਜਾਬੀ ਤੇ ਪੰਜਾਬੀਅਤ ਨੂੰ ਦਿਲਾਂ ਤੱਕ ਲੈ ਕੇ ਜਾਣ ਦਾ ਬੁਲਾਵਿਆਂ ਦਾ ਇਹ ਤਰੀਕਾ ਵਧੀਆ ਹੈ। ਬਸ ਆਪਾਂ ਇੰਨਾ ਕੁ ਕਰੀਏ ਕਿ ਆਪਣੀ ਮਾਤ ਭਾਸ਼ਾ ਪ੍ਰਤੀ ਪਿਆਰ ਤੇ ਯਕੀਨ ਦੇ ਦੀਵੇ ਬਾਲੀ ਰੱਖੀਏ। ਧੰਨਵਾਦ। ਅਗਲਾ ਲੇਖ ਹੈ ਸੁਰਮਾ ਪੰਜ ਰੱਤੀਆਂ। ਕੱਜਲ ਤੇ ਸੁਰਮੇ ਦਾ ਮਹੱਤਵ ਸਿਰਫ ਔਰਤ ਦੇ ਸ਼ਿੰਗਾਰ ਦਾ ਹਿੱਸਾ ਹੋਣ ਵਿੱਚ ਨਹੀਂ, ਸਾਡੇ ਰਹਿਣ ਸਹਿਣ ਤੇ ਜਿਉਣ ਨਾਲ ਜੁੜੇ ਹੋਣ 'ਚ ਹੈ। ਜੇ ਪੰਜਾਬੀ ਜੀਵਨ ਵਿੱਚੋਂ ਸੁਰਮਾ ਤੇ ਕੱਜਲ ਮੰਨਫੀ ਹੋ ਜਾਏ ਤਾਂ ਸਾਡੇ ਬਹੁਤ ਸਾਰੇ ਲੋਕ ਗੀਤ ਰੀਤਾਂ ਰਸਮਾਂ ਸ਼ਗਨ
ਸਾਰਥ, ਕੁਝ ਅਖਾਣ ਬੁਝਾਰਤਾਂ ਅਡਾਉਣੀਆਂ ਤੇ ਬਹੁਤ ਸਾਰੇ ਵਿਸ਼ਵਾਸ ਵੀ ਮਨਫੀ ਹੋ ਜਾਂਦੇ। ਸੁਰਮੇ ਦੇ ਹਵਾਲਾ ਦਿੰਦੇ ਅਣਗਿਣਤ ਗੀਤਾਂ ਵਿੱਚ ਕੁਝ ਵੰਨਗੀਆਂ ਮਾਤਰ ਗੀਤ ਇਸ ਤਰ੍ਹਾਂ ਹਨ। ਸੁਰਮਾ ਪੰਜ ਰਤੀਆਂ ਕਿਹੜੇ ਸ਼ੌਕ ਨੂੰ ਪਾਇਆ, ਸੁਰਮੇ ਦਾ ਕੀ ਪਾਉਣਾ ਤੇਰੀ ਅੱਖ ਨੀ ਕਬੂਤਰ ਵਰਗੀ, 12 ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਪਾਵੇ, ਨੀ ਸੁਰਮਾ ਤਾਂ ਪਾਈਏ ਜੇ ਮਟਕਾਉਣਾ ਆਵੇ। ਸੁਰਮੇ ਬਾਰੇ ਵਿਸ਼ਵ ਕੋਸ਼ 'ਚ ਮੁਸਲਮਾਨਾਂ 'ਚ ਪ੍ਰਚਲਿਤ ਇੱਕ ਮਿੱਥ ਦਾ ਹਵਾਲਾ ਮਿਲਦਾ ਹੈ। ਕਹਿੰਦੇ ਹਨ ਕਿ ਪਹਿਲਾਂ ਇਸ ਸੰਸਾਰ 'ਚ ਸੁਰਮੇ ਦੀ ਹੋਂਦ ਨਹੀਂ ਸੀ। ਪੈਗੰਬਰ ਮੂਸਾ ਖੁਦਾ ਦੇ ਦੀਦਾਰ ਹਿਤ ਕੋਹੇ ਤੂਰ ਪਹਾੜ ਵੱਲ ਤੁਰ ਪਿਆ। ਜਦੋਂ ਉੱਥੇ ਪਹੁੰਚਿਆ ਤੇ ਇੱਕ ਆਵਾਜ਼ ਆਈ ਕਿ ਖੁਦਾ ਦੇ ਨੂਰ ਦੀ ਤਾਬ ਕੋਈ ਮਨੁੱਖੀ ਅੱਖ ਨਹੀਂ ਝੱਲ ਸਕਦੀ। ਇਸ ਲਈ ਮੂਸਾ ਨੂੰ ਅੱਲਾ ਦੇ ਨੂਰ ਦੀ ਕੇਵਲ ਇੱਕੋ ਕਿਰਨ ਦਾ ਹੀ ਦਰਸ਼ਨ ਹੋ ਸਕਦਾ ਹੈ। ਮੂਸਾ ਨੇ ਇਹ ਗੱਲ ਮੰਨ ਲਈ। ਜਦੋਂ ਨੂਰ ਦੀ ਇੱਕ ਕਿਰਨ ਉਜਾਗਰ ਹੋਈ ਤਾਂ ਇੱਕ ਚੱਟਾਨ ਨਾਲ ਜਾ ਟਕਰਾਈ। ਚੱਟਾਨ ਉਸੇ ਵੇਲੇ ਕਿਰਨ ਦੇ ਸੇਕ ਨਾਲ ਕਾਲੀ ਹੋ ਗਈ। ਕਹਿੰਦੇ ਹਨ ਇਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਿਆ ਸੀ। ਪੰਜਾਬ ਦੀਆਂ ਲੋਕ ਕਹਾਣੀਆਂ 'ਚ ਅਜਿਹੇ ਸੁਲੇਮਾਨੀ ਸੁਰਮੇ ਦਾ ਵਰਣਨ ਵੀ ਮਿਲਦਾ ਹੈ, ਜਿਹਨੂੰ ਅੱਖਾਂ 'ਚ ਪਾਉਣ ਨਾਲ ਪ੍ਰਾਣੀ ਦਿਸਣੋਂ ਬੰਦ ਹੋ ਜਾਂਦਾ ਸੀ, ਪਰ ਉਹ ਦੂਜਿਆਂ ਨੂੰ ਵੇਖ ਸਕਦਾ ਸੀ। ਪੰਜਾਬ 'ਚ ਸੁਰਮੇ ਦੀ ਵਰਤੋਂ ਸਭ ਘਰਾਂ 'ਚ ਹੁੰਦੀ ਸੀ, ਪਰ ਸੁਰਮਾ ਰਗੜਨ ਲਈ ਖਰਲਵੱਟਾ ਸਿਰਫ ਸਰਦੇ ਪੁੱਜਦੇ ਘਰਾਂ 'ਚ ਹੀ ਮਿਲਦਾ ਸੀ। ਆਮ ਘਰ ਲੋੜ ਵੇਲੇ ਖਰਲਵੱਟਾ ਉਹਨਾਂ ਘਰਾਂ ਤੋਂ ਮੰਗ ਲਿਆਉਂਦੇ ਸਨ। ਸੁਰਮਾ ਤਿਆਰ ਕਰਨ ਦਾ ਇੱਕ ਵਿਸ਼ੇਸ਼ ਤਰੀਕਾ ਅਪਣਾਇਆ ਜਾਂਦਾ ਸੀ। ਬਾਜ਼ਾਰੋਂ ਸੁਰਮੇ ਦੀਆਂ ਡਲੀਆਂ ਲਿਆ ਕੇ ਖਰਲ 'ਚ ਤੋੜ ਲਈਆਂ ਜਾਂਦੀਆਂ ਸਨ। ਜਦੋਂ ਸੁਰਮਾ ਪੀਸਣਾ ਹੁੰਦਾ ਤਾਂ ਚਾਨਣਾ ਪੱਖ ਜ਼ਰੂਰੀ ਸਮਝਿਆ ਜਾਂਦਾ, ਤਾਂ ਕਿ ਸੁਰਮੇ ਦੀ ਰਗੜਾਈ ਵੇਲੇ ਚੰਨ ਦੀਆਂ ਰਿਸ਼ਮਾਂ ਵੀ ਸੁਰਮੇ 'ਚ ਰਚ ਜਾਣ। ਆਮ ਤੌਰ 'ਤੇ ਔਰਤਾਂ ਮੱਸਿਆ ਤੋਂ 2 ਦਿਨ ਬਾਅਦ ਸੁਰਮਾ ਪੀਸਣਾ ਪਾਉਂਦੀਆਂ ਹਨ ਤੇ ਪੂਰਨਮਾਸ਼ੀ ਤੱਕ 5-10 ਮਿੰਟ ਹਰ ਰੋਜ਼ ਰਗੜਦੀਆਂ ਹਨ। ਅੱਧੀ ਰਗੜਾਈ ਤੋਂ ਪਿੱਛੋਂ ਸੁਰਮੇ 'ਚ ਗੁਲਾਬ ਦਾ ਅਰਕ ਪਾ ਲਿਆ ਜਾਂਦਾ ਹੈ। ਲਗਾਤਾਰ ਰਗੜਾਈ ਨਾਲ ਅਰਕ ਸੁਰਮੇ ਦੇ ਵਿੱਚ ਹੀ ਰਚ ਕੇ ਸੁੱਕ ਜਾਂਦਾ ਹੈ। ਸੁਰਮਾ ਤਿਆਰ ਹੋਣ ਪਿੱਛੋਂ ਸਿਆਣੀ ਜਨਾਨੀ ਸੁਰਮੇ ਦੀ ਸਲਾਈ ਅੱਖਾਂ 'ਚ ਪਾ ਕੇ ਵੇਖਦੀ ਹੈ ਕਿ ਕਿਤੇ ਰੜਕਦਾ ਤਾਂ ਨਹੀਂ। ਸੁਰਮੇ ਦੇ ਠੀਕ ਤਿਆਰ ਹੋਣ ਦੀ ਤਸੱਲੀ ਕਰਨ ਪਿੱਛੋਂ ਸੁਰਮੇ ਨੂੰ ਸਾਫ਼ ਕੱਪੜੇ ਨਾਲ ਕੱਪੜ ਛਾਣ ਕਰਕੇ ਸੁਰਮੇਦਾਨੀ 'ਚ ਪਾ ਲਿਆ ਜਾਂਦਾ ਹੈ। ਕੁਝ ਲੋਕ ਸੁਰਮੇ ਦੀ ਬਜਾਏ ਕੱਜਲ ਦੀ ਵਰਤੋਂ ਅੱਖਾਂ ਲਈ ਜ਼ਿਆਦਾ ਨਰੋਈ ਸਮਝਦੇ ਹਨ। ਕੱਜਲ ਨੂੰ ਤਿਆਰ ਕਰਨ ਦਾ ਤਰੀਕਾ ਹੋਰ ਵੀ ਵਿਲੱਖਣ ਹੈ। ਨਿੰਮ ਦੇ ਤਣੇ 'ਚ ਪਾੜ ਪਾ ਕੇ ਉਹਦੇ ਵਿੱਚ ਰੂੰ ਦਾ ਫੰਬਾ ਰੱਖ ਦਿੱਤਾ ਜਾਂਦਾ ਹੈ। ਰੂੰ 21 ਦਿਨ ਲਗਾਤਾਰ ਨਿੰਮ ਦਾ ਅਸਰ ਸੋਖਦਾ ਰਹਿੰਦਾ ਹੈ। 21 ਦਿਨਾਂ ਬਾਅਦ ਰੂੰ ਕੱਢ ਕੇ ਉਹਦੀਆਂ ਵੱਟੀਆਂ ਵੱਟ ਲਈਆਂ ਜਾਂਦੀਆਂ ਹਨ। ਦੀਵਾ ਤੇ ਡੋਂਡਰੂ ਵਾਲੀ ਚੱਪਣੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਈ ਜਾਂਦੀ ਹੈ। ਦੀਵੇ 'ਚ ਪਾਉਣ ਲਈ ਸਰੋਂ ਦਾ ਤੇਲ ਵੀ ਕੋਹਲੂ ਤੇ ਆਪਣੇ ਸਾਹਮਣੇ ਬੈਠ ਕੇ ਕਢਵਾਇਆ ਹੁੰਦਾ ਹੈ, ਤਾਂ ਕਿ ਤੇਲ 'ਚ ਕਿਸੇ ਤਰ੍ਹਾਂ ਦਾ ਰਲਾ ਨਾ ਪਵੇ। ਦੀਵਾ ਬਾਲ ਕੇ ਦੁਆਲੇ 2 ਇੱਟਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਉੱਤੇ ਡੋਂਡਰੂ ਵਾਲੀ ਚੱਪਣੀ ਮੁੱਧੀ ਮਾਰ ਦਿੱਤੀ ਜਾਂਦੀ ਹੈ। ਚੱਪਣੀ ਉੱਤੇ ਸ਼ਾਮ ਤੱਕ ਕੱਜਲ ਦਾ ਗੁੱਲ ਬਣ ਜਾਂਦਾ ਹੈ। ਉਹ ਗੁੱਲ ਲਾ ਕੇ ਖਰਲਵੱਟੇ ਨਾਲ ਪੀ ਲਿਆ ਜਾਂਦਾ ਹੈ ਤੇ ਵਰਤੋਂ ਲਈ ਸ਼ੀਸ਼ੇ ਵਿੱਚ ਪਾ ਲਿਆ ਜਾਂਦਾ ਹੈ। ਕੱਜਲ ਨੂੰ ਅੱਖਾਂ ਲਈ ਨਰੋਆ ਸਮਝਿਆ ਜਾਂਦਾ ਹੈ। ਜੋ ਔਰਤ ਸ਼ਿਲੇ ਵਿੱਚ ਹੁੰਦੀ ਹੈ, ਉਹ ਆਪਣੇ ਤੇ ਨਵ ਜੰਮੇ ਬੱਚੇ ਦੀਆਂ ਅੱਖਾਂ 'ਚ ਲਗਾਤਾਰ 40 ਦਿਨ ਤੱਕ ਰੋਜ਼ ਕੱਜਲ ਪਾਉਂਦੀ ਹੈ। ਇਹ ਵਿਸ਼ਵਾਸ ਹੈ ਕਿ ਕੱਜਲ ਨਾਲ ਜੱਚਾ ਤੇ ਬੱਚਾ ਦੋਹਾਂ ਦੀਆਂ ਅੱਖਾਂ ਪੱਕੀਆਂ ਹੋ ਜਾਂਦੀਆਂ ਹਨ। ਨਾ ਨਜ਼ਰ ਕਮਜ਼ੋਰ ਹੁੰਦੀ ਹੈ ਤੇ ਨਾ ਅੱਖਾਂ ਹੀ ਦੁਖਣੀਆਂ ਆਉਂਦੀਆਂ। ਆਪਣੇ ਆਲੇ ਭੋਲੇ ਬਾਲ ਨੂੰ ਨੁਹਾ ਧੁਆ ਕੇ ਤਿਆਰ ਕਰਦਿਆਂ ਮਾਂ ਦੇ ਬੁੱਲ੍ਹਾਂ ਤੇ ਅਕਸਰ ਲੋਰੀ ਦੇ ਬੋਲ ਜਾਗ ਪੈਂਦੇ ਹਨ। ਵੇ ਤੋਤੜਿਆ, ਤੋਤਾ ਸ਼ਹਿਰ ਸਿਕੰਦਰ ਦਾ, ਪਾਣੀ ਭਰਦਾ ਮੰਦਰ ਦਾ, ਕੰਮ ਕਰੇ ਦੁਪਹਿਰਾਂ ਦਾ, ਕੱਜਲ ਪਾਵੇ ਲਹਿਰਾਂ ਦਾ। ਮਮਤਾਵਾਨ ਹੋਈ ਮਾਂ ਨੂੰ ਅਚਾਨਕ ਨਜ਼ਰ ਟਪਾਰ ਕਰਨੀ ਯਾਦ ਆਉਂਦੀ ਹੈ। ਉਹ ਕਾਹਲੀ ਨਾਲ ਬੱਚੇ ਦੇ ਕੰਨ ਪਿੱਛੇ ਜਾਂ ਮੱਥੇ ਦੇ ਇੱਕ ਪਾਸੇ ਕੱਜਲ ਜਾਂ ਸੁਰਮੇ ਦਾ ਕਾਲਾ ਟਿੱਕਾ ਲਾ ਦਿੰਦੀ ਹੈ। ਇਹ ਧਾਰਨਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸੁੰਦਰਤਾ ਦੀ ਇਕਸਾਰਤਾ ਟੁੱਟਦੀ ਹੈ ਤੇ ਬੱਚੇ ਨੂੰ ਚੰਦਰੀ ਨਜ਼ਰ ਨਹੀਂ ਲੱਗਦੀ। ਸੁਰਮੇ ਨਾਲ ਬੱਚੇ ਦੇ ਭਰਵੱਟੇ ਬਣਾਉਣ ਦੀ ਪਿਰਤ ਵੀ ਪ੍ਰਚਲਿਤ ਸੀ। ਬਜ਼ੁਰਗ ਔਰਤਾਂ ਕਹਿੰਦੀਆਂ ਸਨ ਕਿ ਬੁਢਾਪੇ 'ਚ ਵਾਲ ਭਾਵੇਂ ਸਾਰੇ ਚਿੱਟੇ ਹੋ ਜਾਣ, ਭਰਵੱਟਿਆਂ 'ਚ ਧੌਲਾ ਨਹੀਂ ਆਉਂਦਾ। ਕੁਝ ਸ਼ੌਕੀਨ ਕਿਸਮ ਦੇ ਆਦਮੀ ਵੀ ਸੁਰਮੇ ਦੀ ਵਰਤੋਂ ਕਰਦੇ ਹਨ। ਆਦਮੀ ਕੁਝ ਖਾਸ ਮੌਕਿਆਂ ਤੇ ਸੁਰਮਾ ਪਾਉਂਦੇ ਸੀ, ਜਿਵੇਂ ਮੇਲੇ ਜਾਂ ਵਿਆਹ ਵੇਲੇ, ਪਰ ਸੁਰਮਾ ਪਾਉਣ ਵਾਲੇ ਆਦਮੀਆਂ ਨੂੰ ਚੰਗੀ ਨਜ਼ਰੇ ਨਹੀਂ ਸੀ ਵੇਖਿਆ ਜਾਂਦਾ। ਲੋਕ ਉਹਨਾਂ ਨੂੰ ਚਰਿੱਤਰਵਾਨ ਨਹੀਂ ਸਨ ਸਮਝਦੇ।
ਕੰਜ ਕੁਆਰੀ ਨੂੰ ਸਾਡਾ ਸਮਾਜ ਬਹੁਤ ਹਾਰ ਸ਼ਿੰਗਾਰ ਕਰਨ ਦੀ ਖੁੱਲ੍ਹ ਨਹੀਂ ਦਿੰਦਾ। ਕੁਆਰੀ ਕੁੜੀ ਦਾ ਸੁਰਮਾ ਪਾਉਣਾ ਉਹਦੇ ਸ਼ੌਕ ਹੋਣ ਦੀ ਬਿਰਤੀ ਦਾ ਸੂਚਕ ਸਮਝਿਆ ਜਾਂਦਾ ਸੀ। ਕੁਆਰੀ ਕੁੜੀ ਤੋਂ ਪੇਕੇ ਪਿੰਡ ਗੰਭੀਰ ਤੇ ਸਾਧ ਮੁਰਾਦਾ ਹੋਣ ਦੀ ਆਸ ਕੀਤੀ ਜਾਂਦੀ ਸੀ। ਦੇਖੋ, ਧਾਰੀ ਬੰਨ ਸੁਰਮਾ ਨਾ ਪਾਈਏ ਧੀਏ ਘਰ ਮਾਪਿਆਂ ਦੇ, ਜਾਂ ਸੁਰਮਾ ਨੌ ਰਤੀਆਂ ਪਾਉਂਦੀ ਤੇ ਆ ਗਿਆ ਤਾਇਆ, ਰੋ ਰੋ ਕੱਢ ਸੁੱਟਿਆ ਕਿਹੜੇ ਸ਼ੌਕ ਨੂੰ ਪਾਇਆ। ਪਰ ਸੁਰਮੇ ਵਾਲੀਆਂ ਅੱਖਾਂ ਦੀ ਸੁਪਨਈ ਉਡਾਰੀ ਲੋਕਾਂ ਦੀਆਂ ਕੰਧਾਂ ਤੋਂ ਪਰਲੇ ਪਾਰ ਵੀ ਪਹੁੰਚ ਜਾਂਦੀ ਹੈ ਤੇ ਗੀਤ ਦੇ ਬੋਲ ਮੱਧਮ ਸੁਰ 'ਚ ਹਵਾ 'ਚ ਘੁਲ ਜਾਂਦੇ ਹਨ। ਜੇ ਤੂੰ ਘੋੜਾ ਪੀੜਿਆ ਮੇਰੇ ਸਾਲੂ ਦੀ ਕਰੀ ਵੇ ਤਿਆਰੀ, ਵੇ ਬੀਬਾ ਮੇਰੇ ਸਾਲੂ ਦੀ ਕਰੀ ਵੇ ਤਿਆਰੀ। ਮਾਹੀ ਛੈਲਾ ਗਹਿਰੀਆਂ ਅੱਖਾਂ, ਅੱਖਾਂ ਗਹਿਰਮ ਗਹਿਰੀਆਂ, ਵਿੱਚ ਕਜਲੇ ਦੀ ਧਾਰੀ, ਵੇ ਬੀਬਾ ਵਿੱਚ ਕਜਲੇ ਦਾ ਡੋਰਾ। ਮਾਹੀ ਛੈਲਾ ਅੱਖਾਂ ਗਹਿਰੀਆਂ। ਸ਼ਗਨਾਂ ਦੀ ਮਹਿੰਦੀ ਲੱਗਦੀ ਹੈ। ਸੁਰਮੇ ਦੀ ਧਾਰੀ ਸੁਪਨਿਆਂ ਦਾ ਰੰਗ ਹੋਰ ਗੂੜਾ ਕਰ ਦਿੰਦੀ ਹੈ। ਤਾਰਿਆਂ ਦੀ ਲੋਚ ਗਾਏ ਸੁਹਾਗ ਗੀਤ ਮਾਪਿਆਂ ਦੇ ਘਰ ਤੋਂ ਸਦੀਵੀ ਵਿਛੋੜੇ ਦੀ ਉਦਾਸੀ ਦੇ ਦਿੰਦੇ ਹਨ। ਢੋਲਕ ਦੇ ਗੀਤ ਉਦਾਸੀ ਦੇ ਕੱਜਲ ਨੂੰ ਫਿੱਕਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੁਰਮਾ ਵਿਕਣਾ ਆਇਆ ਕਿ ਇੱਕ ਲੱਪ ਸੁਰਮੇ ਦੀ, ਸ਼ਾਹਵਾ ਇੱਕ ਲੱਪ ਸੁਰਮੇ ਦੀ। ਹੋਰਾਂ ਨੇ ਲਿੱਤਾ ਪੈਸੇ ਧੇਲੇ, ਸੱਸ ਨੇ ਟਕਾ ਬਣਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪੀਠਾ ਸਿਲ ਪੱਥਰਾਂ ਨਾਲ, ਸੱਸ ਨੇ ਚੱਕੀ ਪਿਹਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪਾਇਆ ਬਸ਼ੀਸ਼ੀ ਬੋਤਲ, ਸੱਸ ਨੇ ਮੱਟ ਭਰਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪਾਈ ਇੱਕ ਸਲਾਈ, ਸੱਸ ਨੇ ਲੱਪ ਭਰ ਪਾਇਆ ਕਿ ਇੱਕ ਲੱਪ ਸੁਰਮੇ ਦੀ। ਇਸੇ ਤਰ੍ਹਾਂ ਵਿਆਹ ਨਾਲ ਸੰਬੰਧਿਤ ਇੱਕ ਰਸਮ ਸੁਰਮਾ ਪਵਾਈ ਦੀ ਹੈ। ਜਦੋਂ ਲਾੜਾ ਬਣ ਫੱਬ ਕੇ ਘੋੜੀ ਚੜ੍ਹਦਾ ਹੈ ਤਾਂ ਉਹਦੀ ਵੱਡੀ ਭਰਜਾਈ ਜਾਂ ਸਾਰੀਆਂ ਭਰਜਾਈਆਂ ਵਾਰੋ ਵਾਰੀ ਉਹਦੀ ਅੱਖ ਵਿੱਚ ਸੁਰਮਾ ਪਾਉਂਦੀਆਂ ਹਨ ਤਾਂ ਜੋ ਲਾੜੇ ਦਾ ਰੂਪ ਨਿਖਰੇ ਤੇ ਚੰਦਰੀਆਂ ਰੂਹਾਂ ਵੀ ਉਸ ਤੋਂ ਪਰਾਂ ਪਰਾਂ ਰਹਿਣ। ਇਸ ਰੀਤ ਸਮੇਂ ਕੁਝ ਗੀਤ ਗਾਏ ਜਾਂਦੇ ਹਨ। ਪਹਿਲੀ ਸਲਾਈ ਵੇ ਦਿਓਰਾ ਰਸ ਭਰੇ, ਦੂਜੀ ਗੁਲਨਾਰ, ਤੀਜੀ ਸਲਾਈ ਦਾ ਪਾਵਾਂ ਦਿਓਰਾ, ਜੇ ਮੋਹਰਾਂ ਦੇਵੇਂ ਚਾਰ, ਜਾਂ ਕਿਨ ਪਾਈਆਂ ਤੈਨੂੰ ਸੁਰਮੇ ਸਲਾਈਆਂ, ਕਿਨ ਗੁੰਦੀ ਤੇਰੀ ਵਾਗ ਵੇ, ਭਾਬੋ ਪਾਈਆਂ ਤੈਨੂੰ ਸੁਰਮੇ ਸਲਾਈਆਂ, ਭੈਣ ਗੁੰਦੀ ਤੇਰੀ ਵਾਗ ਵੇ। 5 ਰੁਪਈਏ ਭਾਬੋ ਸੁਰਮਾ ਪਵਾਈ, ਬੂਰੀ ਝੋਟੀ ਭੈਣ ਦੀ ਵਾਗ ਵੇ। ਇਸ ਮੌਕੇ ਦਾ ਇੱਕ ਹੋਰ ਗੀਤ ਇਸ ਤਰ੍ਹਾਂ ਹੈ। ਸ਼ੀਸ਼ਾ ਸੁਰਮਾ ਦੋ ਜਣੇ ਵੇ ਦਿਓਰਾ, ਦੋਵੇਂ ਸਕੇ ਭਰਾ, ਇੱਕ ਪਾਈਏ ਇੱਕ ਵੇਖੀਏ, ਤੈਨੂੰ ਨਵੀਂ ਬੰਨੀ ਦਾ ਚਾਅ। ਅੰਦਰ ਵਿਛਾਵਾਂ ਮਖਮਲ ਦਿਓਰਾ, ਬਾਹਰ ਕਰਾਂ ਛਿੜਕਾ, ਮੱਥਾ ਟੇਕਣਾ ਭੁੱਲ ਗਿਆ, ਤੈਨੂੰ ਨਵੀਂ ਬੰਨੀ ਦਾ ਚਾਅ। ਸੁਰਮਾ ਪਵਾਈ ਦੀ ਰੀਤ ਵੇਲੇ ਆਪਸ ਵਿੱਚ ਹਾਸਾ ਠੱਠਾ ਵੀ ਹੁੰਦਾ ਹੈ ਤੇ ਲਾੜਾ ਆਪਣੀਆਂ ਭਰਜਾਈਆਂ ਨੂੰ ਸ਼ਗਨ ਵਜੋਂ ਕੁਝ ਰੁਪਏ ਵੀ ਦਿੰਦਾ ਹੈ। ਲੋਕਾਂ ਦਾ ਨਿਸ਼ਚੈ ਹੈ ਕਿ ਸੁਰਮਾ ਭੂਤ ਪ੍ਰੇਤ ਤੇ ਚੰਦਰੀਆਂ ਰੂਹਾਂ ਨੂੰ ਦੂਰ ਰੱਖਦਾ ਹੈ। ਘੋੜੀ ਉੱਤੇ ਚੜ੍ਹਨ ਮਗਰੋਂ ਲਾੜੇ ਦੀਆਂ ਅੱਖਾਂ 'ਚ ਸੁਰਮਾ ਪਾਉਣ ਦੀ ਰੀਤ ਦਰਅਸਲ ਟੂਣਾ ਚਿੰਤਨ ਉੱਪਰ ਹੀ ਆਧਾਰਿਤ ਹੈ। ਇਸ ਟੂਣੇ ਅਨੁਸਾਰ ਸੁਰਮਾ ਚੰਦਰੀਆਂ ਰੂਹਾਂ ਦੇ ਤੋਂ ਲਾੜੇ ਦੀ ਉਦੋਂ ਤੱਕ ਰਾਖੀ ਕਰਦਾ ਜਦੋਂ ਤੱਕ ਉਹ ਡੋਲੀ ਲੈ ਕੇ ਘਰ ਨਹੀਂ ਮੁੜ ਆਉਂਦਾ। ਨੌਕਰ ਮਾਹੀ ਦਾ ਅਸਲੀ ਟਿਕਾਣਾ ਤਾਂ ਪਰਦੇਸ ਹੀ ਹੁੰਦਾ ਹੈ। ਉਹਦੇ ਸੰਸੇ ਗੀਤ ਵਿੱਚ ਬੋਲਦੇ ਹਨ, ਸੁਰਮਾ ਨਾ ਪਾਈ ਲਾਜੋ, ਸੁਰਮਾ ਨਾ ਪਾਈ ਨੀ, ਵਿੱਚ ਫੌਜਾਂ ਦੇ ਵਸਣਾ, ਅਸਾਂ ਮਿਹਣਾ ਨਾ ਲਾਈ ਨੀ। ਮਰਿਆਦਾ ਦੀ ਮੂਰਤ ਦਾ ਅੱਗੋਂ ਉਹੀ ਜਵਾਬ ਹੁੰਦਾ ਜੋ ਘਰ ਦੀ ਲਾਜ ਪਾਲਣ ਵਾਲੀ ਸੁਆਣੀ ਦਾ ਹੋ ਸਕਦਾ ਹੈ। ਭਰੀਓ ਸਲਾਈ ਜੀ ਮੈਂ ਨੈਣੀ ਨਾ ਲਾਈ ਜੀ, ਤੈਥੋਂ ਤਾਂ ਡਰਦੇ ਨੇ ਸਿੰਘ ਜੀ ਡੋਲ ਗਵਾਈ ਜੀ। ਜਿਸ ਔਰਤ ਦਾ ਕੰਤ ਪਰਦੇਸੀ ਹੋਵੇ ਉਹਦੇ ਮਨ ਨੂੰ ਸੰਨ ਲੱਗਣ ਦਾ ਖਤਰਾ ਤਾਂ ਬਣਿਆ ਹੀ ਰਹਿੰਦਾ ਹੈ। ਕੋਈ ਇਹੋ ਜਿਹੀ ਗੱਲ ਕਹਿਣ ਵਾਲਾ ਵੀ ਮਿਲ ਜਾਂਦਾ ਹੈ, ਸੁਣ ਕੁੜੀਏ ਤੇਰੀ ਰਹਿਤ ਮਲੂਕ, ਤੇਰੇ ਬੋਲ ਮਲੂਕ, ਆਖੇ ਤਾਂ ਨੈਣੀ ਤੈਨੂੰ ਪਾ ਨਹੀਂ ਲਈਏ। ਕੰਤ ਦੇ ਪਿਆਰ 'ਚ ਰੱਤੀ ਦਾ ਅੱਗੋਂ ਹੀ ਜਵਾਬ ਹੋ ਸਕਦਾ ਹੈ, ਸੁਣ ਮੁੰਡਿਆ ਵੇ ਨੈਣ ਸ਼ੀਸ਼ੇ ਦਾ ਜੋੜ, ਸ਼ੀਸ਼ੇ ਸੁਰਮੇ ਦਾ ਜੋੜ, ਨਾਰ ਬੇਗਾਨੀ ਨੈਣੀ ਨਾ ਵੇ ਪਾਵੇ, ਨਾਰ ਬੇਗਾਨੀ ਨੈਣੀ ਨਾ ਵੇ ਪਵੇ। ਸੁਰਮੇ ਨਾਲ ਕੁਝ ਸਮਾਜਿਕ ਰੀਤਾਂ ਵੀ ਸੰਬੰਧਿਤ ਹਨ। ਫਾਜ਼ਿਲਕਾ ਦੇ ਹਿੰਦੂ ਅਰੋੜਿਆਂ 'ਚ ਅੱਖ ਸਲਾਈ ਦੀ ਰੀਤ ਪ੍ਰਚਲਿਤ ਹੈ। ਉਹਨਾਂ 'ਚ ਜਦੋਂ ਕਿਸੇ ਔਰਤ ਨੂੰ ਪਹਿਲੇ ਬੱਚੇ ਦੇ ਪੈਦਾ ਹੋਣ ਦੀ ਸੰਭਾਵਨਾ ਬਣਦੀ ਹੈ ਤਾਂ ਉਸ ਔਰਤ ਦੀ ਨਨਾਣ ਤੀਜੇ ਮਹੀਨੇ ਦੀਆਂ ਅੱਖਾਂ 'ਚ ਸੁਰਮੁਚੂ ਨਾਲ ਸੁਰਮਾ ਪਾਉਣ ਦੀ ਰੀਤ ਕਰਦੀ ਹੈ। ਇਹ ਰੀਤ ਸਮੇਂ ਗਰਭਵਤੀ ਤੀਵੀਂ ਦੇ ਮਾਪੇ ਕੁਝ ਚਾਵਲ ਭੇਜਦੇ ਹਨ ਜੋ ਪਕਾ ਕੇ ਸਾਕ ਸੰਬੰਧੀਆਂ 'ਚ ਵਰਤਾਏ ਜਾਂਦੇ ਹਨ। ਇਸ ਰੀਤ ਤੋਂ ਪਿੱਛੋਂ ਗਰਭਵਤੀ ਬੱਚੇ ਦੇ ਜੰਮਣ ਤੱਕ ਸੁਰਮਾ ਨਹੀਂ ਪਾਉਂਦੀ। ਇਸ ਰੀਤ ਰਾਹੀਂ ਉਸ ਔਰਤ ਦੇ ਪਤੀ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹਨੂੰ ਆਉਣ ਵਾਲੇ ਜੀਅ ਨੂੰ ਨਿਰਵਿਘਨ ਪਲਣ ਦੇਣਾ ਚਾਹੀਦਾ ਹੈ ਤੇ ਉਨੇ ਚਿਰ ਤੱਕ ਆਪਣੀ ਪਤਨੀ ਦੀ ਨੇੜਤਾ ਕਰਨ ਦੀ ਇੱਛਾ ਤਿਆਗ ਦੇਣੀ ਚਾਹੀਦੀ ਹੈ।
ਸੁਰਮਾ ਨਿੱਕੇ ਬੱਚਿਆਂ ਦੀਆਂ ਖੇਡਾਂ ਦਾ ਹਿੱਸਾ ਵੀ ਬਣਦਾ ਹੈ। ਬੱਚੇ ਮੌਖਿਕ ਉਡਾਉਣੀਆਂ ਤੇ ਬੁਝਾਰਤਾਂ 'ਚ ਇੱਕ ਦੂਜੇ ਨੂੰ ਉਲਝਾ ਲੈਂਦੇ ਹਨ। ਇਸ ਪ੍ਰਕਾਰ ਦੀ ਇੱਕ ਉਡਾਉਣੀ ਹੈ: ਇੱਕ ਰੱਤੀ ਸੁਰਮਾ 9 ਜਣੀਆਂ ਤੇ 9 ਮਣ ਸੁਰਮਾ ਕੈ ਜਣੀਆਂ। ਬੱਚੇ ਜਵਾਬ ਲੱਭਣ ਲਈ ਅੰਕਾਂ ਨੂੰ ਗੁਣਾ ਕਰਨ 'ਚ ਰੁੱਝ ਜਾਂਦੇ ਹਨ ਤੇ ਅਕਸਰ ਥੱਕ ਹਾਰ ਕੇ ਸਲੇਟਾਂ ਭਰਾਂ ਕਰ ਦਿੰਦੇ ਹਨ। ਸੁਰਮੇ ਨਾਲ ਸੰਬੰਧਿਤ ਅਣਗਿਣਤ ਬੁਝਾਰਤਾਂ ਵਿੱਚ ਵੰਨਗੀ ਮਾਤਰ ਇੱਕ ਬੁਝਾਰਤ ਵੀ ਦੇਖੋ। ਪਿੱਤਲ ਦੀ ਮੈਂ ਖੂਹੀ ਬਣਾਈ, ਲੱਪ ਕੂ ਪਾਣੀ ਝੱਲੇ, ਖੋਤਾ ਮੇਰਾ ਡੁੱਬਣ ਲੱਗਾ, ਪੂਛੜ ਪਈ ਹਿੱਲੇ। ਜਵਾਬ ਸੁਰਮੇ ਦਾ ਨਹੀਂ। ਸੁਰਮਾ ਪਾ ਤਾਂ ਹਰ ਕੋਈ ਲੈਂਦਾ, ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ। ਸੁਰਮੇ ਦੇ ਹਵਾਲੇ ਨਾਲ ਇਸ ਤਰ੍ਹਾਂ ਦੇ ਜੀਵਨ ਸੱਚ ਨੂੰ ਪ੍ਰਗਟ ਕਰਨ ਵਾਲੇ ਅਨੇਕਾਂ ਅਖਾਣ ਮੁਹਾਵਰੇ ਵੀ ਪ੍ਰਚਲਿਤ ਹਨ। ਸੁਰਮੇ ਦੀ ਵਰਤੋਂ ਵਾਂਗ ਇਹਨਾਂ ਅਖਾਣਾਂ ਮੁਹਾਵਰਿਆਂ ਦੀ ਵਰਤੋਂ ਵੀ ਸਾਡੀ ਨਿੱਤਾ ਪ੍ਰਤੀ ਦਾ ਹਿੱਸਾ ਹੋ ਗਈ ਹੈ। ਪੰਜਾਬ 'ਚ ਕਈ ਤੀਵੀਆਂ ਆਪਣੇ ਚਿਹਰੇ ਉੱਤੇ ਸੁਰਮੇ ਨਾਲ ਕਾਲਾ ਤਿਲ ਬਣਾ ਲੈਂਦੀਆਂ ਹਨ। ਇੱਕ ਤਾਂ ਇਹ ਚਿਹਰੇ ਦੀ ਆਬ ਨੂੰ ਵਧਾਉਂਦਾ ਹੈ ਤੇ ਦੂਜਾ ਭੈੜੀ ਨਜ਼ਰ ਤੋਂ ਰੱਖਿਆ ਕਰਦਾ ਹੈ। ਪਰ ਵਿਧਵਾ ਔਰਤਾਂ ਲਈ ਸੁਰਮੇ ਦੀ ਵਰਤੋਂ ਵਰਜਿਤ ਹੈ। ਵਿਧਵਾ ਦਾ ਸੁਰਮਾ ਨਾ ਪਾਉਣਾ ਹੀ ਇਸ ਗੱਲ ਦਾ ਇਸ਼ਾਰਾ ਹੈ ਕਿ ਉਹ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਸੁੱਖਾਂ ਤੋਂ ਮਹਿਰੂਮ ਹੋ ਗਈ ਹੈ। ਖੁਸ਼ੀਆਂ ਤੇ ਸ਼ਗਨਾਂ ਸਾਰਥਾਂ ਦੇ ਅਵਸਰ ਤੇ ਸੁਰਮੇ ਦੀ ਵਰਤੋਂ ਜ਼ਰੂਰ ਹੁੰਦੀ ਹੈ, ਪਰ ਸੁਰਮੇ ਦੀ ਸਾਂਝ ਇੱਕ ਉਦਾਸ ਰਸਮ ਨਾਲ ਵੀ ਹੈ। ਜਦੋਂ ਕੋਈ ਪੰਜਾਬਣ ਸੁਹਾਗਣ ਭਾਗਣ ਮਰਦੀ ਹੈ ਤਾਂ ਸੁਰਮੇ ਦਾ ਮਹੱਤਵ ਉਸ ਵੇਲੇ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾਂਦਾ। ਮ੍ਰਿਤਕ ਸੁਹਾਗਣ ਦੀਆਂ ਬੰਦ ਅੱਖਾਂ 'ਚ ਸੁਰਮਾ ਵੀ ਪਾਇਆ ਜਾਂਦਾ ਹੈ। ਇਸ ਰੀਤ ਦੀ ਪੂਰਤੀ ਵਿੱਚੋਂ ਸੁਰਮੇਦਾਨੀ ਨੂੰ ਵਾਪਸ ਘਰ ਲੈ ਕੇ ਨਹੀਂ ਜਾਂਦੇ। ਉਸ ਸੁਰਮੇਦਾਨੀ ਨੂੰ ਸੁਹਾਗਣ ਦੀ ਬਲਦੀ ਚਿਤਾ 'ਚ ਹੀ ਸੁੱਟ ਦਿੱਤਾ ਜਾਂਦਾ ਹੈ। ਮ੍ਰਿਤਕ ਸੁਹਾਗਣ ਦੀਆਂ ਅੱਖਾਂ 'ਚ ਸੁਰਮਾ ਪਾਉਣ ਦੀ ਰੀਤ ਕਦੋਂ ਦੀ ਮੁੱਕ ਚੁੱਕੀ ਹੈ, ਪਰ ਸੁਰਮੇ ਦੀ ਕਾਲੀ ਧਾਰੀ ਨੇ ਪੰਜਾਬੀਆਂ ਦੇ ਜੀਵਨ ਤੇ ਸੱਭਿਆਚਾਰ 'ਚ ਆਪਣੀ ਵੱਖਰੀ ਤੇ ਵਿਸ਼ੇਸ਼ ਥਾਂ ਮੱਲੀ ਹੋਈ ਹੈ। ਨਿੱਕੇ ਬਾਲ ਦੀ ਨਜ਼ਰ ਟਪਾਰ ਦੀ ਰੀਤ ਤੋਂ ਲੈ ਕੇ ਘੋੜੀ ਚੜੇ ਲਾੜੇ ਨੂੰ ਭਾਬੀਆਂ ਦੇ ਸੁਰਮਾ ਪਾਉਣ ਦੀ ਰਸਮ ਤੱਕ ਸੁਰਮੇ ਦੀ ਵਰਤੋਂ ਰੀਝਾਂ, ਚਾਵਾਂ ਤੇ ਸ਼ਗਨਾਂ ਸਾਰਥਾਂ ਵਿੱਚ ਆਮ ਤੌਰ ਤੇ ਖੁਸ਼ੀਆਂ ਪ੍ਰਦਾਨ ਕਰਨ ਦਾ ਸਾਧਨ ਬਣਦੀ ਹੈ। ਧੰਨਵਾਦ। ਅਗਲਾ ਲੇਖ ਹੈ ਵਾਰਦਾਤ ਲੇਖਕ ਦੀ ਸਿਰਜਣਾਤਮਿਕਤਾ ਦੇ ਮਰ ਜਾਣ ਦੀ। ਅਕਸਰ ਇਸ ਤਰ੍ਹਾਂ ਹੋਇਆ ਕਿ ਲੇਖਕ ਚੰਗਾ ਭਲਾ ਲਿਖਦਾ ਲਿਖਦਾ ਆਪਣੀ ਪ੍ਰਤਿਭਾ ਗਵਾ ਲੈਂਦਾ ਹੈ ਤੇ ਜਾਂ ਫਿਰ ਉਹਦੀ ਪ੍ਰਤਿਭਾ ਨਿਵਾਣ ਵੱਲ ਤੁਰ ਪੈਂਦੀ ਹੈ। ਪਾਠਕ ਹੈਰਾਨ ਹੁੰਦੇ ਹਨ ਕਿ ਉਹਨਾਂ ਦੇ ਚਹੇਤੇ ਲੇਖਕ ਨੂੰ ਲਿਖਣ ਦੀ ਜਾਚ ਕਿਵੇਂ ਭੁੱਲ ਗਈ, ਲੇਖਣੀ ਦੇ ਚਸ਼ਮੇ ਦਾ ਸਰੋਤ ਸੁੱਕ ਕਿਸ ਤਰ੍ਹਾਂ ਗਿਆ। ਇਹ ਹਸ਼ਰ ਸਾਡੇ ਕਈ ਨਾਮਵਰ ਲੇਖਕਾਂ ਦਾ ਹੋਇਆ ਹੈ। ਉਹਨਾਂ ਕੁਝ ਜਿਉਂਦੀਆਂ ਤੇ ਸਾਹ ਲੈਂਦੀਆਂ ਰਚਨਾਵਾਂ ਵੀ ਲਿਖ ਲਈਆਂ ਹੁੰਦੀਆਂ ਨੇ ਕਿ ਅਚਨਚੇਤੀ ਉਹਨਾਂ ਦੀ ਸਿਰਜਣਾਤਮਿਕਤਾ ਮਰ ਜਾਂਦੀ ਹੈ। ਇੱਕ ਵੱਡਾ ਲੇਖਕ ਹੁੰਦਾ ਸੀ, ਉਹਦੇ ਪਹਿਲੇ ਨਾਵਲ ਦਾ ਖੂਬ ਚਰਚਾ ਹੋਇਆ ਸੀ। ਉਹਦਾ ਨਾਵਲ ਬਾਰ-ਬਾਰ ਛਪਿਆ ਤੇ ਪੜ੍ਹਿਆ ਗਿਆ। ਉਸ ਨਾਵਲ ਤੇ ਫਿਲਮ ਵੀ ਬਣੀ ਹੈ। ਉਹਦੇ ਬਾਅਦ 'ਚ ਵੀ ਕੁਝ ਚੰਗੀਆਂ ਕਿਤਾਬਾਂ ਲਿਖੀਆਂ। ਫਿਰ ਉਹਦਾ ਧਿਆਨ ਲੇਖਣੀ ਵੱਲੋਂ ਪਰਾਂ ਹੋ ਕੇ ਲੇਖਕ ਹੋਣ ਦਾ ਲਾਭ ਲੈਣ ਵੱਲ ਰੁਚਿਤ ਹੋ ਗਿਆ। ਇਸ ਖਾਤਰ ਉਹ ਅਦਾਰਿਆਂ ਨੂੰ, ਯੂਨੀਵਰਸਿਟੀਆਂ ਨੂੰ ਤੇ ਵਿਸ਼ੇਸ਼ ਵਿਅਕਤੀਆਂ ਨੂੰ ਲੰਮੀਆਂ-ਲੰਮੀਆਂ ਚਿੱਠੀਆਂ ਲਿਖਣ ਲੱਗ ਪਿਆ। ਹਰ ਚਿੱਠੀ 'ਚ ਉਹ ਆਪਣੀਆਂ ਬਿਮਾਰੀਆਂ ਦਾ ਜ਼ਿਕਰ ਕਰਦਾ, ਜੋ ਬਿਮਾਰੀਆਂ ਦਰਅਸਲ ਉਹਨੂੰ ਨਹੀਂ ਸਨ ਲੱਗੀਆਂ ਹੋਈਆਂ। ਉਹਨਾਂ ਕਲਪਿਤ ਬਿਮਾਰੀਆਂ ਨਾਲ ਉਹ ਆਪਣੇ ਲਈ ਤਰਸ ਪੈਦਾ ਕਰਦਾ। ਉਸ ਤੋਂ ਪਿੱਛੋਂ ਸਹੂਲਤਾਂ ਤੇ ਸਨਮਾਨਾਂ ਲਈ ਲਿਲਕੜੀਆਂ ਕੱਢਦਾ। ਜੋ ਆਪ ਮੰਗਦਾ ਫਿਰੇ, ਉਹਦੇ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਹੁੰਦਾ। ਉਸ ਲੇਖਕ ਦੀ ਜੇਬ 'ਚ ਅਮੀਰੀ ਆ ਗਈ ਤੇ ਉਹਦੀਆਂ ਲਿਖਤਾਂ ਵਿੱਚ ਗਰੀਬੀ। ਲਗਾਤਾਰ ਨਾਵਲ ਲਿਖਣ ਦੇ ਬਾਵਜੂਦ ਉਹ ਜਿਹੇ ਕਿਸੇ ਵੀ ਲੇਖਕ ਦਾ ਮੁੱਖ ਰੁਝੇਵਾਂ ਲਿਖਣਾ ਹਰਗਿਜ਼ ਨਹੀਂ ਹੋ ਸਕਦਾ। ਪੁਰਾਣੇ ਹਾਸਲ ਨੂੰ ਲੇਖਕ ਇਸ਼ਤਿਹਾਰ ਬਣਾ ਕੇ ਕਿੰਨਾ ਕੁ ਚਿਰ ਚੁੱਕੀ ਫਿਰੂ। ਜੇ ਕਿਸੇ ਲੇਖਕ ਨੇ ਮਿੱਥ ਲਿਆ ਹੈ ਕਿ ਲਿਖਣਾ ਉਹਦਾ ਕਿੱਤਾ ਹੈ ਤਾਂ ਉਹਨੇ ਲੇਖਣੀ ਦੀ ਕਮਾਈ ਨਾਲ ਹੀ ਟੱਬਰ ਪਾਲਣਾ ਹੈ, ਤਾਂ ਉਹਨੇ 2 ਬੇੜੀਆਂ ਵਿੱਚ ਪੈਰ ਧਰ ਲਿਆ। ਲੇਖਕ ਵਜੋਂ ਉਹਦੇ ਡੁੱਬ ਜਾਣ ਦਾ ਖਤਰਾ ਬਹੁਤ ਜ਼ਿਆਦਾ ਹੈ। ਸਿਰਜਣਾਤਮਿਕਤਾ ਮੱਝ ਨਹੀਂ ਹੈ ਕਿ ਲੇਖਕ ਉਹਦਾ ਦੁੱਧ ਚੋ ਪੀਂਦਾ ਰਹੂ ਤੇ ਆਪਣੇ ਨਿਆਣਿਆਂ ਨੂੰ ਵੀ ਪਿਆਉਂਦਾ ਰਹੂ। ਪੰਜਾਬੀ ਸਾਹਿਤ ਵਿੱਚ ਲਿਖਣ ਨੂੰ ਕਿੱਤਾ ਸਮਝਣਾ ਮਹਿਜ਼ ਭਰਮ ਮਾਤਰ ਹੈ। ਕਮਾਈ ਲਈ ਕੁਝ ਹਰਬਿਆਂ ਦੇ ਰਾਹ ਤਾਂ ਲੇਖਕ ਨੂੰ ਤੁਰਨਾ ਹੀ ਪਊ। ਲੇਖਣੀ ਦੇ ਕਿੱਤਾ ਹੋਣ ਦੇ ਭਰਮ ਨੂੰ ਕਾਇਮ ਰੱਖਣ ਲਈ ਲੇਖਕ ਨੂੰ ਪਤਾ ਨਹੀਂ ਕਿਹਦੀਆਂ ਬਰੂਹਾਂ ਪੁੱਟਣੀਆਂ ਪੈਣਗੀਆਂ। ਕਵੀ ਪਾਸ਼ ਨੇ ਤਾਂ ਇਹੋ ਜਿਹੇ ਲੇਖਕ ਨੂੰ ਸਾਹਿਤਿਕ ਮੰਗਤਾ ਤੱਕ ਵੀ ਕਹਿ ਦਿੱਤਾ ਸੀ। ਭਾਗ ਦੂਸਰਾ। ਸਿਰਜਣਾਤਮਿਕਤਾ ਨੂੰ ਮਾਰਨ ਵਾਲੇ ਬੱਦਲ ਹਰ ਵੇਲੇ ਲੇਖਕ ਦੇ ਸਿਰ ਉੱਤੇ ਮੰਡਰਾ ਰਹੇ ਹੁੰਦੇ ਨੇ। ਨਿੱਕੀਆਂ ਜਾਪਦੀਆਂ ਤੇ ਨਿੱਕੀਆਂ ਦਿਸਦੀਆਂ ਗੱਲਾਂ ਵੀ ਲੇਖਕ ਦੀ ਪ੍ਰਤਿਭਾ ਨੂੰ ਚਿੱਬ ਪਾ ਦਿੰਦੀਆਂ ਨੇ। ਪ੍ਰਤਿਭਾ ਲੰਗੜਾ ਕੇ ਤੁਰਨ ਲੱਗ ਪੈਂਦੀ ਹੈ। ਮੈਂ ਇੱਕ ਸਾਹਿਤਿਕ ਪ੍ਰੋਗਰਾਮ ਸ਼ੁਰੂ ਕਰਨ ਲਈ ਮੰਚ ਵੱਲ ਜਾ ਰਿਹਾ ਸੀ
ਇੱਕ ਜਾਣੀ ਪਛਾਣੀ ਲੇਖਕਾਂ ਨੇ ਮੈਨੂੰ ਰੋਕ ਲਿਆ। ਬੋਲੀ, ਜਸਵੀਰ ਜੀ, ਤੁਸੀਂ ਸਟੇਜ ਤੋਂ 1-2 ਵਾਰ ਮੇਰਾ ਨਾਂ ਜ਼ਰੂਰ ਬੋਲਦੇ ਹੋ ਜੀ। ਮੈਂ ਉਸ ਲੇਖਕਾਂ ਨਾਲ ਉਦਾਸ ਹੋ ਗਿਆ। ਕਿੰਨੀ ਇਕੱਲੀ, ਕਿੰਨੀ ਬੇਚੈਨ ਤੇ ਕਿੰਨੀ ਨੀਰਸ ਹੋਏਗੀ ਉਸ ਔਰਤ ਦੀ ਜ਼ਿੰਦਗੀ। ਉਹ ਲੇਖਕਾ ਨਾਮ ਦੀ ਤਲਾਸ਼ ਵਿੱਚ ਸੀ, ਸਿਰਜਣਾਤਮਿਕਤਾ ਦੀ ਤਲਾਸ਼ ਵਿੱਚ ਨਹੀਂ ਸੀ। ਸਿਰਜਣਾਤਮਿਕਤਾ ਨਾਲ ਤਾਂ ਉਹਦਾ ਸੰਵਾਦ ਹੀ ਨਹੀਂ ਸੀ। ਇੱਕ ਹੋਰ ਵੇਲੇ ਉਸ ਲੇਖਕਾ ਨੇ ਕਿਹਾ ਸੀ, ਜਸਵੀਰ ਜੀ, ਆਪਣੇ ਅਦਾਰੇ ਵੱਲੋਂ ਮੇਰਾ ਰੂਬਰੂ ਕਰਵਾ ਦਿਓ ਪਲੀਜ਼, ਤੇ ਇਹ ਵੀ ਦੱਸ ਦਿਓ ਕਿ ਕਿੰਨੇ ਰੁਪਏ ਲਵੋਗੇ। ਮੈਨੂੰ ਗੁੱਸਾ ਨਹੀਂ ਸੀ ਆਇਆ, ਉਸ ਤੇ ਤਰਸ ਆਇਆ ਸੀ। ਉਹ ਸਿਰਜਣਾਤਮਿਕਤਾ ਨੂੰ ਮਾਰਨ ਉੱਤੇ ਤੁਲੀ ਹੋਈ ਸੀ, ਪਰਾਂ ਧੱਕ ਰਹੀ ਸੀ ਪ੍ਰਤਿਭਾ ਨੂੰ। ਕਈ ਲੇਖਕ ਇੱਕ ਹੋਰ ਸਵਾਲ ਵੀ ਪੁੱਛਦੇ ਨੇ, ਫਲਾਣਾ ਇਨਾਮ ਲੈਣ ਲਈ ਕੀ ਕਰਨਾ ਪਊ? ਸਾਹਿਤ ਮੰਚ ਦਾ ਇੱਕ ਹੋਰ ਦ੍ਰਿਸ਼। ਇੱਕ ਲੇਖਕ ਸਾਹਿਤ ਸਭਾ ਦੇ ਅਹੁਦੇਦਾਰਾਂ ਨਾਲ ਝਗੜ ਰਿਹਾ ਸੀ। ਗੁੱਸੇ ਤੇ ਹਰਖ ਨਾਲ ਭਰਿਆ ਹੋਇਆ ਕਹਿ ਰਿਹਾ ਸੀ, ਮੈਂ ਪਿਛਲੀ ਮੀਟਿੰਗ 'ਚ ਹਾਜ਼ਰ ਸਾਂ, ਆਖਰ ਤੱਕ ਬੈਠਾ ਰਿਹਾ ਸਾਂ, ਪਰ ਜਦੋਂ ਅਖਬਾਰ 'ਚ ਖਬਰ ਛਪੀ ਤਾਂ ਮੇਰਾ ਨਾਂ ਖਬਰ 'ਚ ਨਹੀਂ ਸੀ। ਜਾਣ-ਬੁੱਝ ਕੇ ਅਜਿਹਾ ਕੀਤਾ ਗਿਆ ਤਾਂ ਕਿ ਉਸ ਲੇਖਕ ਲਈ ਪੜ੍ਹਨ ਲਿਖਣ ਨਾਲੋਂ ਵੱਧ ਅਹਿਮੀਅਤ ਖਬਰ 'ਚ ਸ਼ਾਮਲ ਹੋਣ ਦੀ ਸੀ। ਖਬਰ 'ਚ ਸ਼ਾਮਲ ਹੋ ਜਾਣ ਨਾਲ ਉਹਦਾ ਨਾਮ ਜਿਵੇਂ ਵਕਤ ਦੇ ਪੱਥਰ ਉੱਤੇ ਖੁਣਿਆ ਜਾਣਾ ਸੀ। ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਦਿਸਦੀਆਂ ਗੱਲਾਂ ਦੇ ਨਤੀਜੇ ਬਹੁਤ ਹੀ ਮਾਰੂ ਹੁੰਦੇ ਨੇ। ਇਹਨਾਂ ਵਿੱਚ ਪ੍ਰਤਿਭਾਹੀਨ ਹੋਣ ਦਾ ਸਰਾਪ ਲੁਕਿਆ ਹੋਇਆ ਹੁੰਦਾ ਹੈ। ਇੱਕ ਸੁਨੱਖੀ ਲੇਖਕਾ ਨੇ ਸਾਹਿਤ ਦੀਆਂ ਸਿਖਰਾਂ ਛੂਹਣ ਲਈ ਬਦਨ ਨੂੰ ਬੇੜੀ ਮਿਥ ਲਿਆ ਤਾਂ ਮੈਂ ਉਹਦੇ ਲਈ ਇੱਕ ਕੌੜੀ ਕਵਿਤਾ ਲਿਖੀ ਸੀ। ਵੇਖ ਸਹੇਲੀ, ਤੇਰੀ ਕਵਿਤਾ, ਤਨ ਦੀ ਕਿਣਮਿਣ, ਮਨ ਦੀ ਇਹ ਬਰਸਾਤ ਨਹੀਂ। ਵੇਖ ਸਹੇਲੀ, ਬਦਨ ਦੀ ਪੌੜੀ, ਰੂਹ ਤੇਰੀ ਦਾ ਕਾਵ ਨਹੀਂ, ਖੰਭ ਉਡਾਰ ਰੂਪ ਤੇਰੇ ਦੇ, ਨਜ਼ਮਾਂ ਦੀ ਪਰਵਾਜ਼ ਨਹੀਂ। ਵੇਖ ਸਹੇਲੀ, ਸਿਰ ਤੋਂ ਸੂਰਜ ਜਦ ਵੀ ਢਲਿਆ, ਇਸ ਹਰਿਆਵਲ ਨਹੀਂ ਮੁੱਕ ਜਾਣਾ, ਫੁੱਲ ਦੀ ਖੁਸ਼ਬੂ ਨਹੀਂ ਮਰ ਜਾਣਾ, ਜਿਸ ਟੀਸੀ ਉੱਤੇ ਤੇਰਾ ਆਸਣ, ਸ਼ੋਹਰਤ ਦੇ ਉਸ ਟਾਹਣੀ ਨੇ ਕੜਕੜ ਕਰਕੇ ਟੁੱਟ ਜਾਣਾ। ਵੇਖ ਸਹੇਲੀ, ਅੰਦਰ ਵੱਲ ਵੀ ਵੇਖ ਜ਼ਰਾ। ਜ਼ਾਹਿਰ ਹੈ ਕਿ ਇਹੋ ਜਿਹੇ ਰਾਹ ਤੁਰਿਆਂ ਉਹਦੀ ਕਵਿਤਾ ਨੇ ਮਰ ਜਾਣਾ ਸੀ ਤੇ ਮਰ ਗਈ ਹੈ, ਪਰ ਉਹ ਸ਼ਾਇਰਾ ਬੇਖਬਰ ਹੀ ਰਹੀ। ਲੇਖਕ ਦੀ ਸਿਰਜਣਾਤਮਿਕਤਾ ਦਾ ਪਾਣੀ ਜੋ ਨਲਕੇ 'ਚੋਂ ਸੁੱਕ ਗਿਆ ਤਾਂ ਉਹ ਬਾਹਰੋਂ ਪਾਣੀ ਪਾ ਕੇ ਉਹਨੂੰ ਚਾਲੂ ਕਰੇ। ਉਦੋਂ ਰੱਜ ਕੇ ਪੜ੍ਹੇ, ਬਸ ਪੜ੍ਹੀ ਜਾਵੇ। ਚੰਗੀਆਂ ਕਿਤਾਬਾਂ ਕਦੀ ਨਹੀਂ ਮੁੱਕਣੀਆਂ। ਸਾਰੀਆਂ ਮਹਾਨ ਕਿਤਾਬਾਂ ਪੜ੍ਹਨ ਲਈ ਮਨੁੱਖ ਦੀ ਉਮਰ ਬਹੁਤ ਥੋੜ੍ਹੀ ਹੈ। ਔੜ ਵੇਲੇ ਲੇਖਕ ਆਵਾਰਗੀ ਪੈਰਾਂ ਨੂੰ ਬੰਨ੍ਹ ਲਵੇ, ਭਾਵੇਂ ਸ਼ਹਿਰ ਗਰਾਂ ਘੁੰਮੇ, ਲੋਕਾਂ 'ਚ ਵਿਚਰੇ, ਇਕੋਤਰ ਸੌਖੂਆਂ ਦਾ ਪਾਣੀ ਪੀਵੇ, ਤੇ ਫਿਰ ਜਦੋਂ ਲੇਖਕ ਆਪਣੀ ਕਲਮ ਵੱਲ ਪਰਤੇਗਾ ਤਾਂ ਉਹਦੇ ਲਈ ਸਿਰਜਣਾਤਮਿਕਤਾ ਦੇ ਦੀਵੇ ਬਲ ਰਹੇ ਹੋਣਗੇ। ਰਚਨਾ ਤੇ ਸੰਵਾਦ ਦਾ ਆਪਸੀ ਰਿਸ਼ਤਾ ਬੜਾ ਗੂੜ੍ਹਾ ਹੈ। ਕੀ ਉਹ ਰਿਸ਼ਤਾ ਬਾਖੂਬੀ ਨਿਭ ਰਿਹਾ? ਚਾਰ ਦੀਵਾਰੀ ਦੇ ਅੰਦਰ ਲੇਖਕ ਆਪਣੀ ਰਚਨਾ ਬਾਰੇ ਟਿੱਪਣੀ ਚੁੱਪਚਾਪ ਸੁਣ ਲੈਂਦਾ ਹੈ, ਜਾਂ ਫਿਰ ਰਚਨਾ ਦੇ ਹੱਕ 'ਚ ਦਲੀਲਾਂ ਦੇਣ ਲੱਗ ਪੈਂਦਾ ਹੈ। ਉਹੀ ਵਿਚਾਰ ਜਦੋਂ ਕਿਸੇ ਸਾਹਿਤਿਕ ਸਮਾਗਮ 'ਚ ਕਹੇ ਜਾਂਦੇ ਹਨ ਤਾਂ ਲੇਖਕ ਬੇਇੱਜ਼ਤ ਮਹਿਸੂਸ ਕਰਦਾ ਹੈ, ਹਰਖ ਜਾਂਦਾ ਹੈ। ਸੰਵਾਦ ਚਿਰਾਂ ਤੋਂ ਮੁੱਕਿਆ ਹੋਇਆ ਪ੍ਰਤੀਤ ਹੁੰਦਾ ਹੈ। ਸੰਵਾਦ ਛਿੜੇ ਤਾਂ ਲੇਖਕ ਨਾਰਾਜ਼ ਹੋ ਜਾਂਦੇ ਹਨ। ਸੰਵਾਦ ਇਕੱਲਾ ਨਹੀਂ ਹੁੰਦਾ, ਉਹਦੇ ਨਾਲ ਸੱਚ ਵੀ ਜੁੜਿਆ ਹੁੰਦਾ ਹੈ, ਦਲੀਲ ਵੀ, ਤੇ ਸੱਚ ਕਹਿਣ ਲਿਖਣ ਦਾ ਜਜ਼ਬਾ ਵੀ। ਸੰਵਾਦ ਛਿੜੂ ਤਾਂ ਰਚਨਾ ਨੂੰ ਵੀ ਸਾਹ ਮਿਲਣਗੇ। ਓਸ਼ੋ ਦੀ ਇੱਕ ਕਾਵ ਰਚਨਾ ਮੇਰੇ ਲਈ ਸਮਝ ਦੇ ਬੂਹੇ ਖੋਲ੍ਹਦੀ ਪ੍ਰਤੀਤ ਹੋਈ। ਜੇ ਸੱਚ ਦੁਖੀ ਕਰੇ, ਅਨੁਵਾਨ ਤੋਂ ਬਾਅਦ ਸੌਖੀ ਜਿਹੀ ਇਬਾਰਤ ਸੀ, ਮੈਂ ਮਨ ਦੇ ਉਸ ਆਲਮ ਵਿੱਚ ਹਾਂ ਜੋ ਹੋਣੀਆਂ ਅਣਹੋਣੀਆਂ ਤੋਂ ਪਰੇ ਹੈ, ਜਿੱਥੇ ਹੁਣ ਕੁਝ ਵੀ ਹੋਰ ਨਹੀਂ ਵਾਪਰਨਾ। ਮੈਂ ਉਹ ਕੁਝ ਵੀ ਕਹਿ ਦੇਣਾ ਹੈ ਜੋ ਕਿਹਾ ਲੋਕਾਂ ਨੂੰ ਭਾਵੇਂ ਪਰੇਸ਼ਾਨ ਕਰੇ। ਗੱਲ ਇਹ ਨਹੀਂ ਕਿ ਮੈਂ ਉਹਨਾਂ ਦਾ ਅਪਮਾਨ ਕਰਨਾ ਹੈ, ਪਰ ਜੇ ਸੱਚ ਉਹਨਾਂ ਨੂੰ ਅਪਮਾਨਜਨਕ ਲੱਗਦਾ ਹੈ ਤਾਂ ਲੱਗੀ ਜਾਵੇ। ਮੈਂ ਆਪਣੀ ਜ਼ਿੰਦਗੀ ਉੱਦਾਂ ਹੀ ਜਿਉਣੀ ਹੈ ਜਿੱਦਾਂ ਮੇਰੇ ਸਨਮੁਖ ਹੈ, ਉਹਨਾਂ ਦੀ ਤਵੱਕੋ ਵਾਂਗੂ ਨਹੀਂ। ਉਹ ਆਪਣੀ ਤਵੱਕੋ ਨੂੰ ਬਦਲ ਲੈਣ ਜਾਂ ਫਿਰ ਦੁਖੀ ਹੋਈ ਜਾਣ ਤੇ ਚੰਬੜੇ ਰਹਿਣ ਲਾਲਸਾਵਾਂ ਨਾਲ, ਮੈਂ ਉਹਨਾਂ ਦੇ ਵਿਚਾਰਾਂ ਤੋਂ ਮੁਕਤ ਹਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਓਸ਼ੋ ਦੇ ਕਾਵ ਸੁਨੇਹੇ ਨੇ ਮੈਨੂੰ ਸਾਫ਼ ਗੋ ਹੋਣ ਲਈ ਆਖਿਆ ਸੀ। ਉਸ ਕਾਵ ਸੁਨੇਹੇ 'ਚ 2 ਸ਼ਬਦ ਸਨ, ਸੱਚ ਅਤੇ ਲਾਲਸਾ। ਲੇਖਕ ਦੀ ਸਿਰਜਣਾਤਮਿਕਤਾ ਦੇ ਮੂਰਛਤ ਹੋ ਜਾਣ ਦਾ ਭੇਦ ਇਹਨਾਂ 2 ਸ਼ਬਦਾਂ ਦੀ
ਘੋਖ ਪੜਤਾਲ ਵਿੱਚ ਲੁਕਿਆ ਹੋਇਆ ਸੀ। ਭਾਗ ਚੌਥਾ। ਮੈਨੂੰ ਇੱਕ ਲੇਖਕ ਦੀ ਗੱਲ ਚੇਤੇ ਹੈ, ਪਰ ਉਹਦਾ ਨਾਂ ਚੇਤੇ ਨਹੀਂ। ਉਸ ਕਿਹਾ ਸੀ, ਮੈਨੂੰ ਛੇਤੀ ਪਤਾ ਲੱਗ ਗਿਆ ਸੀ ਕਿ ਮੇਰੇ 'ਚ ਲਿਖਣ ਦੀ ਪ੍ਰਤਿਭਾ ਨਹੀਂ, ਪਰ ਮੈਂ ਲਿਖਣਾ ਛੱਡ ਨਹੀਂ ਸੀ ਸਕਦਾ, ਕਿਉਂਕਿ ਉਦੋਂ ਤੱਕ ਮੈਂ ਬਹੁਤ ਮਸ਼ਹੂਰ ਹੋ ਚੁੱਕਾ ਸੀ। ਕੀ ਲੇਖਕ ਮਸ਼ਹੂਰ ਹੋਣ ਲਈ ਲਿਖਦਾ ਹੈ? ਲਿਖਣ ਲਈ ਕੋਈ ਬੰਦਿਸ਼ ਨਹੀਂ, ਕੋਈ ਵੀ ਲੇਖਕ ਬਣ ਜਾਏ, ਭਾਵੇਂ ਕ੍ਰੀਏਟਿਵ ਨਾ ਵੀ ਹੋਵੇ। ਭਾਵੇਂ ਪੰਜਾਬੀ 'ਚ ਇਹੋ ਜਿਹੇ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ 'ਚ ਲਿਖਣ ਦੀ ਪ੍ਰਤਿਭਾ ਨਹੀਂ, ਉਹ ਫਿਰ ਵੀ ਲਿਖ ਰਹੇ ਨੇ। ਉਹਨਾਂ ਦੀਆਂ ਕਿਤਾਬਾਂ ਵੀ ਛਪ ਰਹੀਆਂ ਨੇ, ਮਾਣ ਸਨਮਾਨ ਵੀ ਮਿਲ ਰਹੇ ਨੇ। ਉਹ ਜੋ ਸਿਰਜਕ ਨਹੀਂ, ਸਿਰਜਣਾ ਦੇ ਪਾਣੀ 'ਚ ਬਸ ਉਹਨਾਂ ਕੁ ਡੂੰਘਾ ਹੀ ਉਤਰਦੇ ਨੇ ਜਿੱਥੇ ਕੁਝ ਜਿਲਬ ਹੁੰਦੀ ਹੈ, ਸੰਘਾੜੇ ਤੇ ਭੀਸਾਂ ਹੁੰਦੀਆਂ ਨੇ। ਬਸ ਜੋ ਕੁਝ ਵੀ ਤਰਦਾ ਤਰਦਾ ਹੁੰਦਾ ਹੈ, ਉਹਨਾਂ ਦਾ ਹੁੰਦਾ ਹੈ। ਪਾਣੀ ਦੇ ਗਰਭ 'ਚ ਲੁਕੇ ਹੋਏ ਬੇਸ਼ਕੀਮਤੀ ਹੀਰੇ ਮੋਤੀਆਂ ਤੱਕ ਨਹੀਂ ਪਹੁੰਚਦੇ। ਲੱਗਦਾ ਉਹ ਲੇਖਕ ਜੋ ਸਿਰਜਕ ਨਹੀਂ, ਮਸ਼ਹੂਰ ਹੋ ਜਾਣ ਦੀ ਲਾਲਸਾ ਨਾਲ ਹੀ ਲੇਖਕ ਬਣਿਆ ਹੁੰਦਾ ਹੈ। ਸਿਰਜਕ ਹੋਣਾ ਹੋਰ ਗੱਲ ਹੈ, ਮਸ਼ਹੂਰ ਹੋਣਾ ਹੋਰ। ਇਹ ਹੋ ਸਕਦਾ ਹੈ ਕਿ ਲੇਖਕ ਚੰਗਾ ਲਿਖ ਰਿਹਾ ਹੋਵੇ ਪਰ ਮਸ਼ਹੂਰ ਨਾ ਹੋਵੇ। ਸਿਰਜਨਾਤਮਿਕਤਾ ਦਾ ਮਸ਼ਹੂਰੀ ਨਾਲ ਸੰਬੰਧ ਨਹੀਂ, ਪਰ ਸਾਡੇ ਲੇਖਕ ਸਾਹਿਤ ਰਚਨਾ ਨੂੰ ਮਸ਼ਹੂਰੀ ਨਾਲ ਵੀ ਜੋੜ ਲੈਂਦੇ ਨੇ। ਜੇ ਕੋਈ ਲੇਖਕ ਇਸ ਲਈ ਲਿਖ ਰਿਹਾ ਹੈ ਕਿ ਮਸ਼ਹੂਰ ਹੋ ਜਾਏ, ਤਾਂ ਉਹਨੂੰ ਲਿਖਣਾ ਛੱਡ ਦੇਣਾ ਚਾਹੀਦਾ ਹੈ। ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ। ਕਤਲੋ ਗਾਰਤ ਕਰਨ ਵਾਲੇ ਚੋਰ, ਲੁਟੇਰੇ, ਡਾਕੂ, ਸਿਆਸਤਦਾਨ, ਐਕਟਰ ਕਿਤੇ ਵੱਧ ਮਸ਼ਹੂਰ ਨੇ ਲੇਖਕਾਂ ਨਾਲੋਂ। ਮੇਰਾ ਇਹ ਭਾਵ ਹਰਗਿਜ਼ ਨਹੀਂ ਕਿ ਲਿਖਣ ਦੇ ਖੇਤਰ 'ਚ ਮਸ਼ਹੂਰੀ ਮਿਲਦੀ ਹੀ ਨਹੀਂ। ਜਿਹੜਾ ਲੇਖਕ ਚੰਗਾ ਲਿਖਦਾ ਹੈ, ਉਹਨੂੰ ਮਸ਼ਹੂਰੀ ਮਿਲਦੀ ਹੈ, ਪਰ ਕੁਝ ਪਛੜ ਕੇ। ਮਹਾਨ ਲੇਖਕ ਦੀ ਪਛਾਣ ਕੁਝ ਦੇਰ ਨਾਲ ਹੁੰਦੀ ਹੈ, ਕਈ ਵਾਰ ਉਹਦੇ ਮਰਨ ਉਪਰੰਤ। ਜਿਹੜੇ ਲੇਖਕ ਆਪਣੇ ਨਿੱਜੀ ਯਤਨਾਂ ਨਾਲ ਮਸ਼ਹੂਰ ਹੋਏ ਹੁੰਦੇ ਹਨ, ਉਹ ਮੌਤ ਤੋਂ ਪਿੱਛੋਂ ਲੇਖਕ ਵਜੋਂ ਝੱਟ ਹੀ ਮਰ ਜਾਂਦੇ ਹਨ। ਲਿਖਣਾ ਤਾਂ ਸਕੂਨ ਹੈ ਮਨ ਦਾ, ਜੀਵਨ ਦੀ ਭਰਪੂਰਤਾ ਹੈ। ਉਸ ਭਰਪੂਰਤਾ ਨੇ ਹੋਰਾਂ ਨੂੰ ਵੀ ਭਰਪੂਰ ਕਰਨਾ ਹੈ। ਲਿਖਣਾ ਤਾਂ ਲੇਖਕ ਦੀ ਇਬਾਦਤ ਹੈ, ਈਮਾਨ ਹੈ, ਮਨ ਦਾ ਚਾਅ। ਇਸ ਚਾਅ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ। ਭਾਗ ਪੰਜਵਾਂ। ਆਪਾਂ ਪੰਜਾਬੀ ਦੇ ਉਹਨਾਂ ਲੇਖਕਾਂ ਨੂੰ ਜਾਣਦੇ ਹਾਂ ਜੋ ਪੰਜਾਬੀ ਸਾਹਿਤ ਦੇ ਸਿਰਮੌਰ ਸਨ। ਉਹ ਕਿਸੇ ਵੀ ਇਨਾਮ ਨਾਲੋਂ ਵੱਡੇ ਸਨ। ਕੁਝ ਹਿਤੈਸ਼ੀਆਂ ਨੂੰ ਖਿਆਲ ਆਇਆ ਕਿ ਜੇ ਬਾਬੇ ਵਿਹਾ ਚੁੱਕੇ ਨੇ ਤਾਂ ਵੀ ਕੀ ਹੋਇਆ, ਉਹਨਾਂ ਨੂੰ ਵੀ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮਿਲਣਾ ਚਾਹੀਦਾ ਹੈ। ਤੇ ਉਹ ਹਿਤੈਸ਼ੀ ਉਹਨਾਂ ਲਈ ਇਨਾਮ ਦਾ ਪ੍ਰਬੰਧ ਕਰਨ ਲਈ ਜੁਟ ਗਏ। ਜੁਗਾੜ ਹੋਣ ਪਿੱਛੋਂ ਕਹਿ ਕੇ ਕਿਤਾਬਾਂ ਤਿਆਰ ਕਰਵਾਈਆਂ ਗਈਆਂ। ਵੱਡੇ ਲੇਖਕਾਂ ਦੀਆਂ ਉਹ ਕਿਤਾਬਾਂ ਨਿਮਨ ਪੱਧਰ ਦੀਆਂ ਸਨ। ਜ਼ਾਹਰ ਹੈ ਕਿ ਅਕਾਦਮੀ ਪੁਰਸਕਾਰ ਦੀ ਤਾਂਘ ਨੇ ਉਹਨਾਂ ਦੀ ਸਿਰਜਨਾਤਮਿਕਤਾ ਨੂੰ ਜਾਗਣ ਨਹੀਂ ਸੀ ਦਿੱਤਾ। ਇਨਾਮ ਲੈਣ ਲਈ ਉਚੇਚੀਆਂ ਤਿਆਰ ਹੋਈਆਂ ਇਨਾਮ ਯਾਫਤਾ ਕਿਤਾਬਾਂ ਦੀ ਫਹਿਰਿਸਤ ਲੰਮੀ ਹੈ, ਪਰ ਇਸ ਮਜ਼ਮੂਨ ਦਾ ਮੰਤਵ ਇਹੋ ਜਿਹੀ ਕੋਈ ਫਹਿਰਿਸਤ ਤਿਆਰ ਕਰਨਾ ਨਹੀਂ ਹੈ। ਉਸ ਬਿਮਾਰੀ ਨੂੰ ਸਮਝਣਾ ਜਿਹੜੀ ਸਿਰਜਨਾਤਮਿਕਤਾ ਨੂੰ ਮਾਰ ਦਿੰਦੀ ਹੈ। ਕੁਝ ਲੇਖਕ ਪੁਰਸਕਾਰਾਂ ਲਈ ਕੁਝ ਇਸ ਤਰ੍ਹਾਂ ਤਰਲੋ ਮੱਛੀ ਹੁੰਦੇ ਹਨ ਕਿ ਉਹਨਾਂ ਤੋਂ ਕੋਫਤ ਹੋਣ ਲੱਗਦੀ ਹੈ। ਲੱਗਦਾ ਹੈ ਜ਼ਿੰਦਗੀ ਜਿਉਣ ਦਾ ਉਹਨਾਂ ਦਾ ਇੱਕੋ ਇੱਕ ਮੰਤਵ ਕਿਸੇ ਵਿਸ਼ੇਸ਼ ਪੁਰਸਕਾਰ ਦੀ ਪ੍ਰਾਪਤੀ ਹੋਵੇ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਤਰਲੋ ਮੱਛੀ ਹੋਣਾ ਲੇਖਕ ਦੀ ਪ੍ਰਤਿਭਾ ਨੂੰ ਮਾਰਦਾ ਹੈ। ਇਸ ਤਰ੍ਹਾਂ ਦਾ ਇਨਾਮ ਲੈ ਕੇ ਕਰਨਾ ਵੀ ਕੀ, ਜਿਹੜਾ ਲੈ ਕੇ ਲੇਖਕ ਦਾ ਇੱਜ਼ਤ ਮਾਣ ਮਿੱਟੀ 'ਚ ਮਿਲ ਜਾਏ। ਲੋਕ ਤੋਏ ਤੋਏ ਕਰਨ, ਉਹ ਤੋਏ ਤੋਏ ਲੇਖਕ ਤੱਕ ਪਹੁੰਚਦੀ ਤਾਂ ਹੋਏਗੀ। ਕੀ ਸਿਰਜਣ ਪ੍ਰਤਿਭਾ ਨੂੰ ਜਿਉਂਦਿਆਂ ਰੱਖਣ ਲਈ ਲੇਖਕ ਪੁਰਸਕਾਰ ਲਵੇ ਹੀ ਨਾ? ਕੀ ਇਨਾਮ ਸਨਮਾਨ ਹਮੇਸ਼ਾ ਕਲੰਕ ਵਾਂਗੂ ਹੁੰਦੇ ਨੇ? ਸਿਰਜਣਾ ਦੇ ਰਾਹ 'ਚ ਜੇ ਸਹਿਜ ਭਾ ਇਨਾਮ ਸਨਮਾਨ ਆਉਂਦਾ ਹੈ ਤਾਂ ਲੇਖਕ ਉਹਨੂੰ ਖਿੜੇ ਮੱਥੇ ਕਬੂਲ ਕਰੇ, ਪਰ ਇਸ ਗੱਲ ਦਾ ਉਹਨੂੰ ਯਕੀਨ ਹੋਵੇ ਕਿ ਜ਼ਮੀਰ ਸਾਹਮਣੇ ਉਹ ਸ਼ਰਮਸਾਰ ਨਹੀਂ, ਉਹ ਹੱਕਦਾਰ ਹੈ, ਉਹ ਸਿਰ ਉੱਚਾ ਕਰਕੇ ਤੁਰ ਸਕਦਾ ਹੈ। ਇਸ ਤਰ੍ਹਾਂ ਮਿਲਿਆ ਮਾਣ ਸਨਮਾਨ ਲੇਖਕ ਦੀ ਬਾਤ ਦਾ ਹੁੰਗਾਰਾ ਹੈ, ਮਾਂ ਦੀ ਅਸੀਸ ਵਰਗਾ ਹੈ, ਲੇਖਕ ਦੀ ਪ੍ਰੇਰਨਾ ਬਣਦਾ ਹੈ। ਯਾਦ ਰੱਖਿਓ, ਇਸ ਤਰ੍ਹਾਂ ਦੀ ਸ਼ਾਬਾਸ਼ ਤੁਹਾਡੀ ਕ੍ਰੀਏਟੀਵਿਟੀ ਨੂੰ ਜਿਉਂਦਾ ਰੱਖੇਗੀ। ਭਾਗ 6ਵਾਂ। ਕ੍ਰੀਏਟੀਵਿਟੀ ਨੂੰ ਮਾਰਨ ਵਾਲੀਆਂ ਹਵਾਵਾਂ ਬੜੀਆਂ ਤਿੱਖੀਆਂ ਤੇ ਤੁਰਸ਼ ਹੁੰਦੀਆਂ ਨੇ, ਨਿੱਕੀ ਉਮਰੇ ਹੀ ਵਗਣ ਲੱਗ ਪੈਂਦੀਆਂ ਨੇ। ਇਹ ਜਾਣਿਆ ਪਛਾਣਿਆ ਤੱਥ ਹੈ ਕਿ ਬਾਲ ਨਿੱਕੀ ਉਮਰ ਤੋਂ ਹੀ ਸਿਰਜਕ ਹੈ। ਉਹਦੀ ਕਲਪਨਾ ਅਸੀਮ ਹੈ, ਉਹ ਲੇਖਕ ਵੀ ਹੈ, ਚਿੱਤਰਕਾਰ ਵੀ, ਤੇ ਹੋਰ ਸਭ ਕੁਝ ਵੀ। ਉਸ ਬਾਲ ਦੇ ਮਾਂ ਪਿਓ ਮੁੱਢੋਂ ਸੁੱਢੋਂ ਹੀ ਉਹਨੂੰ ਸਿਰਜਣਾ ਦੀਆਂ ਤੁਰਸ਼ ਹਵਾਵਾਂ ਤੋਂ ਪਰਾਂ ਰੱਖਣ ਦਾ ਯਤਨ ਕਰਦੇ ਹਨ।
ਉਹ ਆਪਣੇ ਬਾਲ ਨੂੰ ਸਫਲ ਮਨੁੱਖ ਬਣਾਉਣ ਵੱਲ ਜੁਟ ਜਾਂਦੇ। ਬਾਲ ਦੀ ਸਫਲਤਾ ਦੇ ਮਿਆਰ ਹਰ ਮਾਂ-ਪਿਓ ਦੇ ਆਪਣੇ ਹਨ। ਉਹਨਾਂ ਮਿਆਰਾਂ 'ਚ ਇੱਕ ਗੱਲ ਸਾਂਝੀ ਪ੍ਰਤੀਤ ਹੁੰਦੀ ਹੈ ਕਿ ਜਦੋਂ ਬੱਚਾ ਵੱਡਾ ਹੋਵੇ, ਉਹਦੇ ਕੋਲ ਕਾਰਾਂ ਕੋਠੀਆਂ ਹੋਣ, ਅਪਾਰ ਧਨ ਹੋਵੇ, ਉਹ ਰੁਤਬੇ ਵਾਲਾ ਹੋਵੇ। ਉਹ ਬਾਲ ਜੋ ਜਨਮਜ਼ਾਤ ਕਲਾਕਾਰ ਸੀ, ਲੇਖਕ ਸੀ, ਮਾਂ-ਪਿਓ ਦੀ ਕਾਰਗੁਜ਼ਾਰੀ ਕਾਰਨ ਸਿਰਜਣਾਤਮਿਕਤਾ ਚੇਤੇ ਹੀ ਉਹ ਤੋਂ ਪਰਾਂ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਉਹਨਾਂ ਵਿੱਚੋਂ ਵੱਡਿਆਂ ਹੋ ਕੇ ਵੀ ਕੋਈ ਟਾਵਾਂ ਟੱਲਾ ਹੀ ਸਿਰਜਣਾ ਦੇ ਰਾਹ ਤੁਰਦਾ ਹੈ। ਉਹਨਾਂ ਵਿੱਚੋਂ ਹੀ ਇੱਕ ਉਹ ਸੀ ਜਿਹਨੇ ਵੱਡਾ ਹੋਣ ਪਿੱਛੋਂ ਵੀ ਆਪਣੀ ਸਿਰਜਣਾਤਮਿਕਤਾ ਨੂੰ ਮਰਨ ਨਹੀਂ ਸੀ ਦਿੱਤਾ। ਉਹ ਬੜੀਆਂ ਸੋਹਣੀਆਂ ਕਵਿਤਾਵਾਂ ਲਿਖਣ ਲੱਗ ਪਿਆ ਸੀ। ਉਹ ਸ਼ਾਇਰ ਕੋਲ ਤਰੰਨਮ ਸੀ, ਪੇਸ਼ਕਾਰੀ ਦਾ ਨਿਰਾਲਾ ਅੰਦਾਜ਼ ਸੀ। ਕਵਿਤਾ ਉਸ ਸ਼ਾਇਰ ਦਾ ਇਸ਼ਕ ਸੀ, ਉਹਦੀ ਇਬਾਦਤ ਸੀ, ਉਹਦਾ ਸੌਣਾ ਜਾਗਣਾ ਸੀ। ਲੇਖਣੀ ਵੱਲ ਇਹ ਸਮਰਪਣ ਸਿਰਜਣਾਤਮਿਕਤਾ ਲਈ ਲੇਖਕ ਦਾ ਤਪ ਹੈ। ਇਹ ਤਪ ਲੇਖਕ ਨੂੰ ਪਹੁੰਚਿਆ ਹੋਇਆ ਕਰ ਦਿੰਦਾ ਹੈ, ਜਿਵੇਂ ਕੋਈ ਨਿੱਕਾ ਰੱਬ ਹੁੰਦਾ ਹੈ। ਉਹ ਸ਼ਾਇਰ ਵੀ ਨਿੱਕੇ ਜਿਹੇ ਰੱਬ ਵਾਂਗੂ ਹੋ ਗਿਆ ਸੀ। ਜਦੋਂ ਕੋਈ ਲੇਖਕ ਜਿਉਂਦੇ ਜੀ ਲੇਖਣੀ ਦੇ ਸ਼ਾਹਾਨਾ ਮੁਕਾਮ ਤੱਕ ਪਹੁੰਚ ਜਾਏ ਤਾਂ ਉਹਨੂੰ ਇੱਕ ਬਿਮਾਰੀ ਲੱਗ ਜਾਣ ਦਾ ਖਤਰਾ ਵੀ ਹੁੰਦਾ ਹੈ। ਉਹਦੇ ਅੰਦਰ ਕੁਝ ਹੋਰ ਜਾਗਣ ਲੱਗ ਪੈਂਦਾ ਹੈ। ਉਸ ਸ਼ਾਇਰ ਨੇ ਖਾਹਿਸ਼ਾਂ ਦੀ ਬਿਮਾਰੀ ਦੀ ਲਾਗ ਆਪਣੇ ਅੰਦਰੋਂ ਹੀ ਕਿਧਰੋਂ ਲੈ ਲਈ। ਨਿੱਕੇ ਨਿੱਕੇ ਇਨਾਮਾਂ ਸਨਮਾਨਾਂ ਨੇ ਉਸ ਭਲਾ ਹੁਣ ਕੀ ਕਰਨਾ ਸੀ। ਭਵਿੱਖ ਦੇ ਹਾਸਲਾਂ ਲਈ ਉਹ ਫਹਿਰਿਸਤ ਬਣਾਉਣ ਬੈਠ ਗਿਆ। ਭਾਰਤੀ ਸਾਹਿਤ ਅਕੈਡਮੀ ਪੁਰਸਕਾਰ, ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਰਸਵਤੀ ਸਨਮਾਨ, ਪਦਮ ਪੁਰਸਕਾਰ, ਗਿਆਨਪੀਠ ਪੁਰਸਕਾਰ ਤੇ ਉਹ ਫਹਿਰਿਸਤ ਲੰਬੀ ਹੋ ਗਈ। ਉਹਨੇ ਸਿਰਜਣਾਤਮਿਕਤਾ ਦੇ ਨਾਮ ਦੀ ਡੰਗੋਰੀ ਫੜ ਲਈ ਤੇ ਹਾਸਲਾਂ ਦੀ ਭੀਖ ਮੰਗਣ ਤੁਰ ਪਿਆ। ਕਵਿਤਾ ਦੇ ਨਾਮ ਪੇ ਕੁਛ ਦੇ ਦੇ ਬਾਬਾ, ਕਈ ਦਿਨਾਂ ਸੇ ਭੂਖਾ ਹੂੰ। ਉਹਦੀ ਟੋਪੀ ਨੁਮਾ ਪਗੜੀ ਵਿੱਚ ਇੱਕ ਇੱਕ ਕਰਕੇ ਕਲਗੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਮੁੱਢਲੀਆਂ ਕਲਗੀਆਂ ਲੱਗਣ ਤੋਂ ਪਿੱਛੋਂ ਉਹਨੂੰ ਜੋੜ ਤੋੜ ਕਰਨ ਦੀ ਜਾਚ ਵੀ ਆ ਗਈ। ਜਿੱਥੇ ਕਿਧਰੇ ਵੀ ਉਸ ਸ਼ਾਇਰ ਦੇ ਨਾਂ ਨੂੰ ਵੱਡਾ ਕਰਨ ਵਾਲਾ ਕੁਝ ਵੀ ਹੋਵੇ, ਮਸਲਨ ਕੋਈ ਰੁਤਬਾ, ਕੋਈ ਅਹੁਦਾ, ਕੋਈ ਸਿਆਸੀ ਸਬੰਧ, ਸਾਹਿਤ ਦੇ ਨਾਂ ਦੀ ਵਿਦੇਸ਼ ਫੇਰੀ, ਕੁਝ ਵੀ ਉਹਦੀ ਪਹੁੰਚ ਤੋਂ ਬਾਹਰ ਨਹੀਂ। ਬਹੁਤ ਬੋਝ ਪਾ ਦਿੱਤਾ ਹੈ ਉਹਨੇ ਆਪਣੀ ਕਵਿਤਾ ਦੇ ਉੱਤੇ। ਅੱਜ ਕੱਲ੍ਹ ਉਹਨੇ ਕਵਿਤਾ ਆਲੇ 'ਚ ਰੱਖ ਦਿੱਤੀ ਹੈ। ਉਹਦਾ ਵਿਸ਼ਵਾਸ ਹੈ ਕਿ ਕਵਿਤਾ ਤਾਂ ਉਹਦੀ ਆਪਣੀ ਸ਼ੈ ਹੈ। ਜਦੋਂ ਵੀ ਕਵਿਤਾ ਦੀ ਲੋੜ ਹੋਈ, ਉਹ ਆਲੇ 'ਚੋਂ ਚੁੱਕ ਕੇ ਕਾਗਜ਼ 'ਤੇ ਧਰ ਦੇਗਾ। ਕਵਿਤਾ ਰਾਣੀ ਦੇ ਰੁਤਬੇ ਨੂੰ ਤਿਲਾਂਜਲੀ ਦੇਣਾ ਨਹੀਂ ਮੰਨੀ। ਉਹ ਅੱਜ ਕੱਲ੍ਹ ਸ਼ਾਇਰ ਨਾਲ ਰੁੱਸੀ ਹੋਈ ਹੈ। ਉਹ ਸ਼ਾਇਰ ਫਿਰ ਵੀ ਸੋਚਦਾ ਹੈ ਉਹਦੀ ਕ੍ਰੀਏਟੀਵਿਟੀ ਮਰੀ ਨਹੀਂ। ਇੱਥੋਂ ਉਹਦਾ ਕਵਿਤਾ ਦਾ ਕੰਮ ਤਰਖਾਣੇ ਕੰਮ ਵਾਂਗ ਸ਼ੁਰੂ ਹੋ ਗਿਆ। ਜਿਵੇਂ ਲੋੜ ਅਨੁਸਾਰ ਜਾਂ ਸਾਈ ਮਿਲਣ ਉੱਤੇ ਕੁਰਸੀ ਮੇਜ਼ ਬਣਾਈਦਾ ਹੈ, ਕਵਿਤਾ ਘੜਨ ਦੀ ਉਹਨੇ ਮੁਹਾਰਤ ਹਾਸਲ ਕਰ ਲਈ ਹੈ। ਲੋੜ ਪੈਣ ਉੱਤੇ ਜਾਂ ਮੰਗ ਉੱਤੇ ਉਹ ਹਰ ਕਿਸਮ ਦੀ ਕਵਿਤਾ ਤਿਆਰ ਕਰ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਕਵਿਤਾ ਮੋਈ ਹੋਈ ਜੰਮਦੀ ਹੈ। ਪਰ ਉਹਦੀਆਂ ਇਹੋ ਜਿਹੀਆਂ ਕਵਿਤਾਵਾਂ ਦੀਆਂ ਸਤਰਾਂ ਸਰਕਾਰੀ ਦਰਬਾਰੇ ਬਹੁਤ ਕੰਮ ਆਉਂਦੀਆਂ ਹਨ। ਸਰਕਾਰੀ ਇਸ਼ਤਿਹਾਰਾਂ ਵਿੱਚ, ਬੱਸਾਂ ਦੇ ਪਿੱਛੇ ਜਾਂ ਖਬਰਾਂ ਦੇ ਸਿਰਲੇਖ ਵਿੱਚ ਉਹ ਸਤਰਾਂ ਆਮ ਦਿਸ ਪੈਂਦੀਆਂ ਹਨ। ਉਸ ਸ਼ਾਇਰ ਦੀਆਂ ਜੜ੍ਹਾਂ 'ਚ ਲਾਲਸਾਵਾਂ ਦਾ ਤੇਲ ਪੈ ਚੁੱਕਿਆ ਹੈ। ਲੇਖਕ ਦੀ ਸਿਰਜਣਾਤਮਿਕਤਾ ਦੇ ਮਰਨ ਦਾ ਕੋਈ ਇੱਕ ਕਾਰਨ ਨਹੀਂ। ਮਸ਼ਹੂਰ ਹੋਣ ਦੀ ਇੱਛਾ, ਇਨਾਮਾਂ ਸਨਮਾਨਾਂ ਲਈ ਭੱਜ ਨੱਸ, ਅਹੁਦਿਆਂ ਤੇ ਰੁਤਬਿਆਂ ਦੇ ਮੁਕਟ ਤੇ ਸਿਰਜਣਾ ਦੇ ਮਰਨ ਦਾ ਸਭ ਤੋਂ ਵੱਡਾ ਕਾਰਨ ਤਾਂ ਲੇਖਕ ਆਪ ਹੀ ਹੈ। ਜੇ ਪੈਸਾ, ਪਾਵਰ, ਰੁਤਬਾ, ਇਨਾਮ, ਸਨਮਾਨ, ਸਿਆਸਤ ਦੇ ਗਲਿਆਰਿਆਂ ਤੱਕ ਰਸਾਈ ਤੁਹਾਡੀ ਫਹਿਰਿਸਤ ਵਿੱਚ ਨੇ, ਤਾਂ ਸਿਰਜਣ ਦੇ ਮੁਖੌਟੇ ਪਿੱਛੇ ਕਿਉਂ ਲੁਕਣਾ ਹੈ? ਉਹੀ ਕਰੋ ਜਿਸ ਕੰਮ ਨੂੰ ਤੁਸੀਂ ਪਹਿਲ ਦਿੰਦੇ ਹੋ। ਰੱਜ ਕੇ ਪੈਸਾ ਕਮਾਓ, ਨਾਮ ਕਮਾਓ। ਕ੍ਰੀਏਟੀਵਿਟੀ ਦੇ ਮਸਲੇ ਉੱਤੇ ਮੈਂ ਓਸ਼ੋ ਦੀ ਓਟ ਲੈ ਲਈ ਹੈ। ਉਹ ਆਖਦਾ ਹੈ, ਜੇ ਤੁਸੀਂ ਸੱਚਮੁੱਚ ਹੀ ਲੇਖਕ ਹੋਣਾ ਚਾਹੁੰਦੇ ਹੋ ਤਾਂ ਲਾਲਸਾਵਾਂ ਦਾ ਤਿਆਗ ਕਰੋ ਤੇ ਪੂਰੀ ਤਰ੍ਹਾਂ ਸਿਰਜਕ ਬਣੋ। ਸਿਰਜਣਾਤਮਿਕਤਾ ਦਾ ਆਨੰਦ ਤੁਸੀਂ ਇਸ ਤਿਆਗ ਤੋਂ ਪਿੱਛੋਂ ਹੀ ਲੈ ਸਕੋਗੇ। ਸਿਰਜਣਾਤਮਿਕਤਾ ਬਾਰੇ ਖੋਜ ਪੜਤਾਲ ਨੇ ਮੇਰੇ ਮਨ ਦਾ ਹਨੇਰਾ ਹੂੰਝ ਦਿੱਤਾ ਹੈ। ਓਸ਼ੋ ਦੀ ਇੱਕ ਗੱਲ ਨੇ ਬਾਕੀ ਰਹਿੰਦੀਆਂ ਗੁੰਝਲਾਂ ਵੀ ਖੋਲ੍ਹ ਦਿੱਤੀਆਂ ਨੇ। ਓਸ਼ੋ ਆਖਦਾ ਹੈ, ਜਦੋਂ ਲਾਲਸਾਵਾਂ ਜਾਗ ਪੈਣ ਤਾਂ ਕ੍ਰੀਏਟੀਵਿਟੀ ਲੋਪ ਹੋ ਜਾਂਦੀ ਹੈ। ਲਾਲਸਾਵਾਂ ਨੂੰ ਪਾਲਣ ਵਾਲਾ ਕ੍ਰੀਏਟਿਵ ਨਹੀਂ ਹੋ ਸਕਦਾ। ਉਹ ਲਿਖਣ ਦੀ ਸਰਗਰਮੀ ਨੂੰ ਪਿਆਰ ਨਹੀਂ ਕਰ ਸਕਦਾ। ਲੇਖਕ ਜਦੋਂ ਲਿਖ ਰਿਹਾ ਹੁੰਦਾ ਹੈ, ਉਦੋਂ ਕਿਸੇ ਹੋਰ ਥਾਂ ਵੀ ਉਹਦਾ ਦਿਮਾਗ ਹੁੰਦਾ ਹੈ। ਮਸਲਨ
ਮੈਨੂੰ ਫਲਾਣਾ ਪੁਰਸਕਾਰ ਪਤਾ ਨਹੀਂ ਕਦੋਂ ਮਿਲੇਗਾ, ਕਿਸ ਤਰ੍ਹਾਂ ਮਿਲੇਗਾ। ਉਹ ਹਰ ਸਮੇਂ ਭਵਿੱਖ 'ਚ ਹੁੰਦਾ ਹੈ, ਪਰ ਸਿਰਜਕ ਲੇਖਕ ਹਰ ਸਮੇਂ ਵਰਤਮਾਨ 'ਚ ਹੁੰਦਾ ਹੈ। ਭਵਿੱਖ ਦੀਆਂ ਸਕੀਮਾਂ 'ਚ ਉਹਦਾ ਵਰਤਮਾਨ ਮਰ ਜਾਂਦਾ ਹੈ, ਯਾਨੀ ਸਿਰਜਨਾਤਮਿਕਤਾ ਮਰ ਜਾਂਦੀ ਹੈ। ਹਰ ਸ਼ਖਸ ਕ੍ਰੀਏਟੀਵਿਟੀ ਨਾਲ ਜਨਮ ਲੈਂਦਾ ਹੈ, ਬਾਅਦ ਵਿੱਚ 99% ਮੁੱਕ ਜਾਂਦੇ ਨੇ, ਬਸ ਬਾਕੀ 1% ਹੀ ਰਹਿ ਜਾਂਦਾ ਹੈ, ਜੋ ਸਿਰਜਣਾ ਦੇ ਅਮੁੱਕ ਆਨੰਦ ਦੇ ਰਾਹ ਉੱਤੇ ਤੁਰਦਾ ਹੈ। 1% ਦੇ ਨਿਰੋਲ ਸਿਰਜਕ ਹੋਣ ਦਾ ਦਾਅਵਾ ਤਾਂ ਓਸ਼ੋ ਦਾ ਹੈ। ਪੰਜਾਬੀ ਸਾਹਿਤ ਵਿੱਚ ਕਿੰਨੇ ਕੁ ਉਹੋ ਜਿਹੇ ਲੇਖਕ ਨੇ ਜਿਹੜੇ ਸਿਰਜਨਾਤਮਿਕਤਾ ਵਿੱਚ ਜਿਉਂਦੇ ਨੇ। ਬਾਬਾ ਮਿਹਰ ਭਰਿਆ ਹੱਥ ਰੱਖੇ ਸਾਡੇ ਲੇਖਕਾਂ ਉੱਤੇ, ਉਹਨਾਂ ਨੂੰ ਸਾਹਿਤ ਦੀ ਇਬਾਦਤ, ਸਿਰਜਣਾ ਦੇ ਆਨੰਦ ਤੇ ਅਮੀਰੀ ਦੀ ਸਮਝ ਪੈ ਜਾਏ। ਉਹ ਲਾਲਸਾਵਾਂ ਪਾਲ ਕੇ ਬਕੌਲ ਓਸ਼ੋ ਭੀਖ ਦੇ ਰਾਹ ਨਾ ਤੁਰਨ। ਬਾਬਾ ਉਹਨਾਂ ਦੀ ਜ਼ਮੀਰ ਜਿਉਂਦੀ ਰਹੇ ਤਾਂ ਕਿ ਸਿਰਜਨਾਤਮਿਕਤਾ ਵੀ ਜਿਉਂਦੀ ਰਹੇ। ਸਾਡੇ ਲੇਖਕ ਮੰਗਤੇ ਬਣ ਕੇ ਮਾਣ ਸਨਮਾਨ ਹਾਸਲ ਨਾ ਕਰਨ ਕਿ ਬਾਅਦ ਵਿੱਚ ਉਹਨਾਂ ਨੂੰ ਜਿੱਲਤ ਜਿਉਣੀ ਪਈ। ਬਾਬਾ ਸੁਮੱਤ ਬਖਸ਼ੀ, ਉਹਨਾਂ ਨੂੰ ਇਹ ਵੀ ਸਮਝਾਈ ਕਿ ਉਹ ਮਾਣ ਸਨਮਾਨ ਕੁਝ ਇਸ ਤਰ੍ਹਾਂ ਲੈਣ ਕਿ ਵਿਸ਼ਵ ਭਰ ਦੇ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਹੋ ਜਾਏ। ਧੰਨਵਾਦ।